ਤੇ ਉਹਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨਿਕਲਣਾ ਹੁੰਦਾ ਆ, ਹੈ ਨਾ। ਮੈਨੂੰ ਲੱਗਦਾ ਇਹੋ ਜਿਹੇ ਧਰਨੇ ਤੁਹਾਡੇ ਆਸੇ-ਪਾਸੇ ਬਹੁਤ ਲੱਗ ਰਹੇ ਹੁੰਦੇ ਨੇ, ਉਹਨਾਂ ਨੂੰ ਨਿਸ਼ਾਨੀ ਨਾਲ ਮਾਰਕ ਕਰਨਾ ਚਾਹੀਦਾ ਹੈ ਵੀ ਜਿਸ ਚੋਂ ਇੱਕ ਇਨਸਾਨ ਨਿਕਲ ਰਿਹਾ ਹੋਵੇ। ਆਪਣਾ ਭਰੋਸਾ ਕਦੀ ਵੀ ਇੱਕ ਇਨਸਾਨ ਤੇ ਅਸੀਂ ਸੀਮਿਤ ਕਰਕੇ ਉਸ ਨੂੰ ਹੀਰੋ ਬਣਾ ਕੇ ਅਸੀਂ ਸਮਝਦੇ ਹਾਂ ਫਿਲਮ ਚੱਲ ਰਹੀ ਆ। ਜਿਹਦੇ ਘਰਦਿਆਂ ਨੂੰ ਉੜਾ ਹੀ ਆਉਂਦਾ, ਸਿਰਫ ਇੰਗਲਿਸ਼ ਨਹੀਂ ਆਉਂਦੀ, ਉਹ ਕਿੱਦਾਂ ਆਪਣੇ ਬੱਚੇ ਨੂੰ ਸਿਖਾਇਆ ਕਰਨਗੇ? ਜਿਹਦੇ ਕੋਲ ਸਿਰਫ ਪੇ ਕਰਨ ਨੂੰ ਪੈਸੇ ਹੀ ਨਹੀਂ ਹੈਗੇ ਉਹਨੇ, ਉਹ ਕਿੱਦਾਂ ਅੰਗਰੇਜ਼ੀ ਪੜ੍ਹਾਉਣ ਦੀ ਐਕਸਟਰਾ ਫੀਸ ਜਾਂ ਫਰੈਂਚ ਸਿਖਾਉਣ ਦੀਆਂ ਐਕਸਟਰਾ ਫੀਸਾਂ ਭਰ ਦਿਆ ਕਰੂਗਾ? ਤਾਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਵੀ ਤੁਹਾਨੂੰ ਚੋਇਸ ਹੈਗੀ ਆ, ਦੇਖੋ ਜੀ ਚੋਇਸ ਐਵੇਂ ਨਹੀਂ ਆਉਂਦੀ, ਚੋਇਸ ਪ੍ਰਿਵਿਲੇਜਸ ਨਾਲ ਆਉਂਦੀ ਆ, ਚੋਇਸ ਪੈਸੇ ਨਾਲ ਆਉਂਦੀ ਆ। ਨਹੀਂ ਤੇ ਕੋਈ ਇੰਨੀ ਅੱਗੇ ਮੰਡੀ ਨਹੀਂ ਲੱਗੀ ਕਿ ਤੁਹਾਨੂੰ ਕਹਿ ਰਹੀ ਹੈ ਕਿ ਜਿਹੜਾ ਮਰਜ਼ੀ ਚੀਜ਼ ਖਰੀਦ ਲਓ ਉੱਥੋਂ, ਉਹਦਾ ਦਾਮ ਹੈ ਇੱਕ, ਤੇ ਉਹ ਦਾਮ ਇਹ ਡਿਸਾਈਡ ਕਰਦੇ ਨੇ। ਅਸੀਂ ਲਵਾਂਗੇ ਫਿਰ ਅਸੀਂ ਤੁਹਾਨੂੰ ਠੇਕੇ ਤੇ ਦੇ ਦੇਵਾਂਗੇ, ਕਦੀ ਅੰਬਾਨੀ ਨੂੰ ਕਦੀ ਅਡਾਨੀ ਨੂੰ, ਜਿਹਨੂੰ ਪੁਰਜੇ ਚਾਹੀਦੇ ਨੇ। देखिए यूनिवर्सिटी जाके तो सिर्फ खाओ पियो ते ऐश करो, है ना, ट्रिप्स ते जाओ, वोट्स, इलेक्शन की हुंदा, इलेक्शन तो एक मेला हुंदा है, उन्हां लई इलेक्शन सीरीयस नहीं रहे, उन्हां लई पॉलिटिक्स सिर्फ इलेक्शन तक सीमित रही, उस तो बाद पिछे अगे की हुंदा है वो सब गायब। सत श्री अकाल जी, तुसीं जुड़े हुए हो RMB ਟੈਲੀਵਿਜ਼ਨ ਦੇ ਨਾਲ। ਮੈਂ ਤੁਹਾਡਾ ਦੋਸਤ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦਾ ਚੰਡੀਗੜ੍ਹ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨੇ, ਪਰ ਬਹੁਤ ਗਿਣਤੀ ਲੋਕਾਂ ਦਾ ਇਹ ਮੰਨਣਾ ਜੇ ਪੰਜਾਬ ਨੂੰ ਚੰਡੀਗੜ੍ਹ ਦੇ ਨਾਲ ਕੋਈ ਚੀਜ਼ ਜੋੜਦੀ ਹੈ, ਬਹੁਤ ਲੰਮੇ ਸਮੇਂ ਤੋਂ ਜੋੜਦੀ ਆ ਰਹੀ ਹੈ, ਤਾਂ ਉਹ ਹੈ ਪੰਜਾਬ ਯੂਨੀਵਰਸਿਟੀ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆਉਂਦੀ ਹੈ, ਕੇਂਦਰ ਆਪਣੇ ਅਧੀਨ ਕਰਨਾ ਚਾਹੁੰਦਾ ਪੰਜਾਬ ਯੂਨੀਵਰਸਿਟੀ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੁਰਾਣੇ ਸਟੂਡੈਂਟ ਨੇ, ਜਿਹੜੇ ਵਿਦਿਆਰਥੀ ਰਾਜਨੀਤੀ ਦੇ ਵਿੱਚ ਸਰਗਰਮ ਚਿਹਰੇ ਰਹੇ ਨੇ, ਤੇ ਹੁਣ ਰਨਿੰਗ ਪੋਲੀਟਿਕਸ ਦੇ ਵਿੱਚ ਵੱਡੀਆਂ ਪਾਰਟੀਆਂ SOI BJP ਦੇ ਚਿਹਰੇ ਰਹਿ ਚੁੱਕੇ ਨੇ, ਜਾਂ ਕਾਂਗਰਸ ਦੇ ਚਿਹਰੇ ਨੇ, ਨਾਗਰਾ ਸਾਹਿਬ ਵਰਗੇ ਸੀਨੀਅਰ ਲੀਡਰ ਨੇ, ਉਹ ਵੀ ਪ੍ਰੋਟੈਸਟ ਕਰਨ ਯੂਨੀਵਰਸਿਟੀ ਪਹੁੰਚਦੇ ਨੇ। ਬਹੁਤ ਗੱਲਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਕਾਫੀ ਗੱਲਾਂ ਆਉਂਦੀਆਂ ਨੇ, ਤੇ ਅਸੀਂ ਉਹਨਾਂ ਗੱਲਾਂ ਤੋਂ ਕਾਫੀ ਆਪਦੇ ਨਤੀਜੇ ਕੱਢ ਲੈਂਦੇ ਹਾਂ। ਹਾਲਾਂਕਿ ਕਈ ਗੱਲਾਂ ਫੇਕ ਹੁੰਦੀਆਂ, ਕਈ ਸੱਚਾਈ ਵਾਲੀਆਂ ਗੱਲਾਂ ਹੁੰਦੀਆਂ। ਇਹ ਪੰਜਾਬ ਯੂਨੀਵਰਸਿਟੀ ਦਾ ਬੜਾ ਵੱਡਾ ਇਤਿਹਾਸ ਰਿਹਾ ਗਾ। ਪੋਲੀਟੀਸ਼ੀਅਨ ਹੀ ਨਹੀਂ, ਵੱਡੇ ਡਾਕਟਰ, ਵੱਡੇ ਪ੍ਰੋਫੈਸਰ ਇਸ ਯੂਨੀਵਰਸਿਟੀ ਨੇ ਪੰਜਾਬ ਨਹੀਂ ਪੂਰੇ ਭਾਰਤ ਦੀ ਝੋਲੀ ਪਾਏ ਨੇ। ਪਰ ਇਹ ਅਸਲੀ ਮਾਮਲਾ ਹੈ ਕੀ ਆ, ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਕੰਨੂ ਪ੍ਰਿਆ ਜੀ, ਜੋ ਪਹਿਲੇ ਫੀਮੇਲ ਪ੍ਰਧਾਨ ਸੀਗੇ ਆਪਣੇ ਆਪ ਦੇ ਵਿੱਚ ਹਿਸਟਰੀ ਜਿਨ੍ਹਾਂ ਨੇ ਬਣਾਈ ਸੀ। ਕੰਨੂ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੰਨੂ ਜੀ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦਰਸ਼ਕਾਂ ਨੂੰ ਦੱਸ ਦਿਓ, ਜ਼ਿਆਦਾ ਯੂਥ ਜੁੜਿਆ ਹੋਇਆ ਹੈਗਾ ਚੈਨਲ ਦੇ ਨਾਲ, ਵੀ ਜਿਹੜਾ ਇਹ ਮਾਮਲਾ ਹੈਗਾ, ਜਿਹੜਾ ਲੋਕਤੰਤਰਿਕ ਇੱਕ ਮੁਹਿੰਮ ਚੱਲ ਰਹੀ ਆ ਅੰਦਰ, ਜਾਂ ਇੱਕ ਤਰ੍ਹਾਂ ਦਾ ਇੱਕ ਡਿਸਿਪਲਿਨ ਆ ਯੂਨੀਵਰਸਿਟੀ ਦਾ ਆਪਣੇ ਆਪ ਦੇ ਵਿੱਚ ਮਿਸਾਲ ਆ। ਬਹੁਤ ਥੋੜ੍ਹੀਆਂ ਯੂਨੀਵਰਸਿਟੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਵਿੱਚ ਲੋਕਤੰਤਰਿਕ ਢਾਂਚਾ ਹਜੇ ਕੰਮ ਕਰ ਰਿਹਾ ਹੈਗਾ, ਉਸ ਨੂੰ ਭੰਗ ਕਰ ਰਹੀ ਹੈ ਕੇਂਦਰ ਸਰਕਾਰ। ਕਿਤੇ ਨਾ ਕਿਤੇ ਕੋਈ ਹੋਰ ਗੱਲ ਵੱਲ ਇਸ਼ਾਰਾ ਨਹੀਂ, ਕਿਉਂਕਿ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਬਿਲਕੁਲ ਸਹੀ ਗੱਲ, ਜਿੱਥੋਂ ਤੁਸੀਂ ਸ਼ੁਰੂਆਤ ਹੀ ਮੈਨੂੰ ਲੱਗਦਾ ਕੀਤੀ ਹੈ ਵੀ ਪੰਜਾਬ ਯੂਨੀਵਰਸਿਟੀ ਕੁਝ ਜਿਹੜੀਆਂ ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਪੰਜਾਬ ਦੀਆਂ ਹੈਗੀਆਂ ਉਹਨਾਂ ਵਿੱਚ ਆਉਂਦੀ ਆ, ਤੇ ਇਹ ਵੀ ਬੜੀ ਬੁਰੀ ਗੱਲ ਆ ਕਿ ਇਹਦੇ ਤੇ ਹਜੇ ਵੀ ਉਹ ਇੰਟਰਸਟੇਟ ਵਾਲਾ ਹੀ ਟੈਗ ਆਉਂਦਾ ਆ। ਤੇ ਹੁਣ ਸੈਂਟਰ ਦੀ ਇਹ ਕੋਸ਼ਿਸ਼ ਆ ਵੀ ਇਹ ਇੰਟਰਸਟੇਟ ਵਾਲਾ ਟੈਗ ਵੀ ਹਟਾ ਕੇ ਇਹਨੂੰ ਸੈਂਟਰਲ ਯੂਨੀਵਰਸਿਟੀ ਕਰ ਦਿੱਤਾ ਜਾਵੇ, ਬਿਲਕੁਲ ਸੈਂਟਰ ਦੇ ਨਾਲ ਜੋੜ ਕੇ ਇਹਨੂੰ ਦੇਖਿਆ ਜਾਵੇ, ਉੱਥੋਂ ਹੀ ਨਿਰਦੇਸ਼ ਪਾਸ ਹੋਣ ਤੇ ਉਹ ਯੂਨੀਵਰਸਿਟੀ ਦੇ ਅੰਦਰ ਇੰਪਲੀਮੈਂਟ ਕੀਤੇ ਜਾਣ। ਹੁਣ ਸੈਂਟਰਲਾਈਜੇਸ਼ਨ ਤੋਂ ਸਾਨੂੰ ਇੰਨੀ ਪ੍ਰੋਬਲਮ ਕਿਉਂ ਆ? ਉਹ ਇਹ ਗੱਲ ਹੈ ਵੀ ਪੰਜਾਬ ਯੂਨੀਵਰਸਿਟੀ ਦੀ ਅਗਰ ਮੈਂ ਐਗਜ਼ਾਮਪਲ ਦੇਵਾਂ ਵੀ ਇਹਨੇ ਸਿਰਫ ਤੇ ਸਿਰਫ ਐਕੈਡਮਿਸ਼ੀਅਨਸ ਹੀ ਨਹੀਂ ਦਿੱਤੇ, ਬਹੁਤ ਹੀ ਵਧੀਆ ਆਰਟਿਸਟ ਤੋਂ ਲੈ ਕੇ ਬਹੁਤ ਹੀ ਵਧੀਆ ਪੋਲੀਟੀਸ਼ੀਅਨਸ ਵੀ ਦਿੱਤੇ ਨੇ। ਤੇ ਪੰਜਾਬ ਯੂਨੀਵਰਸਿਟੀ ਬਹੁਤ ਡਿਸਾਈਡ ਕਰ ਰਹੀ ਹੁੰਦੀ ਹੈ, ਇੱਥੋਂ ਦਾ ਯੂਥ ਬਹੁਤ ਡਿਸਾਈਡ ਕਰ ਰਿਹਾ ਹੁੰਦਾ ਕਿ ਪੰਜਾਬ ਵਿੱਚ ਕੀ ਹੋਏਗਾ, ਪੰਜਾਬ ਦੀ ਰਾਜਨੀਤੀ ਵਿੱਚ ਕੀ ਹੋਏਗਾ, ਉਹਦੇ ਮਾਹੌਲ 'ਚ ਕੀ ਹੋਏਗਾ। ਤੇ ਇਹੀ ਇੱਕ ਜਿਹੜੀ ਕੋਸ਼ਿਸ਼ ਆ ਉਹ ਸੈਂਟਰਲਾਈਜੇਸ਼ਨ ਦੇ ਜ਼ਰੀਏ ਕੀਤੀ ਜਾ ਰਹੀ ਹੈ ਵੀ ਇੱਥੇ ਕਲਚਰ ਕਿਹੋ ਜਿਹਾ ਹੋਵੇ, ਉਹ RSS BJP ਦਾ ਕਲਚਰ ਹੋਵੇ ਜਿਹੜਾ ਇਸ ਯੂਨੀਵਰਸਿਟੀ ਦੇ ਅੰਦਰ ਆਵੇ, ਤੇ ਇੱਥੇ ਕਿਹੋ ਜਿਹਾ ਐਜੂਕੇਸ਼ਨ ਸਿਸਟਮ ਆਵੇ, ਕਿਹੋ ਜਿਹਾ ਇੱਕ ਐਡਮਿਨਿਸਟ੍ਰੇਸ਼ਨ ਪਹੁੰਚੇ, ਇੱਥੇ ਕਿਹੋ ਜਿਹੇ ਪ੍ਰੋਫੈਸਰ ਇੱਥੇ ਲੱਗਣ ਜਿਹੜੇ ਸੈਂਟਰ ਨੇ ਅਪਾਇੰਟ ਕੀਤੇ ਹੁਣ। ਅਸੀਂ ਇਹ ਤਾਂ ਜਾਣੂ ਹੀ ਹਾਂ ਵੀ ਹਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅੱਜ ਦੇ ਸਮੇਂ ਤੇ RSS ਤੇ BJP ਦੇ
ਨਿਗਰਾਨੀ ਹੇਠ ਹੀ ਲਗਾਇਆ ਜਾਂਦਾ ਹੈ, ਉਹਨਾਂ ਦਾ ਹੀ ਇੱਕ ਪਪਟ ਲਗਾਇਆ ਜਾਂਦਾ ਹੈ ਜੋ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰੇ। ਪਰ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਪ੍ਰੋਬਲਮ ਆਉਂਦੀ ਹੈ ਹਮੇਸ਼ਾ ਇਹ ਫੋਲੋ ਕਰਨ ਲੱਗਿਆ ਵੀ ਉਹ ਜਿਹੜੇ ਨਿਰਣੇ ਹੈਗੇ ਨੇ ਉਹ ਸਭ ਤੋਂ ਪਹਿਲਾਂ ਸੈਨੇਟ 'ਚ ਪਹੁੰਚਦੇ ਨੇ, ਵੱਡੀ ਬਾਡੀ ਜਿਹੜੀ ਹੈਗੀ ਆ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ, ਜਿਸ 'ਚ ਕਿ ਕੁਝ ਮੈਂਬਰ ਨੋਮੀਨੇਟਡ ਪਹੁੰਚਦੇ ਨੇ 36 ਤੇ ਬਾਕੀ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਇਲੈਕਟਡ ਪਹੁੰਚਦੇ ਨੇ। ਤੇ ਇਹਨਾਂ ਮੈਂਬਰਸ ਦੀ ਅੰਦਰ ਡਿਬੇਟਸ ਹੁੰਦੀਆਂ ਨੇ, ਡਿਸਕਸ਼ਨਸ ਹੁੰਦੀਆਂ ਨੇ। ਇਹਨਾਂ ਵਿੱਚ ਜਿਹੜੇ ਇਲੈਕਸ਼ਨਸ ਹੁੰਦੇ ਨੇ ਉਹ ਗ੍ਰੈਜੂਏਟ ਕਨਸਟੀਟੂਐਂਸੀ ਤੋਂ ਵੀ ਹੁੰਦੇ ਨੇ, ਮਤਲਬ ਕਿ ਜਿਹੜੇ ਪੀਯੂ ਤੋਂ ਗ੍ਰੈਜੂਏਟ ਸਟੂਡੈਂਟਸ ਹੋਣ ਉਹ ਕੰਟੈਸਟ ਕਰ ਸਕਦੇ ਨੇ। ਤੇ ਇਹਦੇ ਵਿੱਚ ਸਾਰੇ ਐਲੂਮਨਾਈ ਪਾਰਟਿਸਿਪੇਟ ਕਰਦੇ ਨੇ, ਪੰਜਾਬ ਤੋਂ, ਹਿਮਾਚਲ ਦੇ ਵੀ ਕੁਝ ਇਲਾਕਿਆਂ ਤੋਂ, ਗੰਗਾਨਗਰ ਰਾਜਸਥਾਨ ਤੋਂ, ਤੇ ਇਦਾਂ ਹੀ ਜੰਮੂ ਵਿੱਚ ਇੱਕ ਬੈਲਟ ਪੋਲਿੰਗ ਬੂਥ ਲੱਗਦਾ ਆ। ਤਾਂ ਇਸ ਤਰੀਕੇ ਨਾਲ ਜਿਹੜਾ ਐਲੂਮਨਾਈ ਆ ਉਹਨੂੰ ਵੀ ਇਹ ਦੱਸਿਆ ਜਾਂਦਾ ਹੈ ਵੀ ਇਹ ਯੂਨੀਵਰਸਿਟੀ ਤੁਹਾਡੀ ਵੀ ਉਨੀ ਬਰਾਬਰ ਹੈ, ਤੁਸੀਂ ਵੀ ਡਿਸਾਈਡ ਕਰੋਗੇ ਵੀ ਆਪਣੀ ਯੂਨੀਵਰਸਿਟੀ ਵਿੱਚ ਉਹੀ ਅਕੈਡਮਿਕ ਕਲਚਰ, ਉਹੀ ਇੱਕ ਵਧੀਆ ਮਾਹੌਲ ਕਿੱਦਾਂ ਸਿਰਜਿਆ ਜਾ ਸਕਦਾ ਹੈ, ਕਿੱਦਾਂ ਫੈਸਲੇ ਲੈਣੇ ਨੇ। ਤੇ ਉਸ ਵਿੱਚ ਨਾਲ ਦੇ ਨਾਲ ਹੀ ਪ੍ਰੋਫੈਸਰਸ ਦੇ ਵੀ ਕੰਸਟੀਟੂਐਂਸੀ ਹੁੰਦੀ ਆ ਵੀ ਅਸਿਸਟੈਂਟ ਪ੍ਰੋਫੈਸਰ ਦਾ, ਐਸੋਸੀਏਟ ਦਾ, ਤੇ ਉਹਨਾਂ ਦੇ ਵੀ ਇਲੈਕਸ਼ਨ ਹੁੰਦੇ ਨੇ। ਪੂਟਾ ਦਾ ਵੀ ਉਹਦੇ ਵਿੱਚ ਰਿਪਰੈਜ਼ੈਂਟੇਟਿਵ ਪਹੁੰਚਦਾ ਹੈ ਤੇ ਸਟੂਡੈਂਟ ਰਿਪਰੈਜ਼ੈਂਟੇਟਿਵ ਨੂੰ ਉਹ 'ਚ ਪਹੁੰਚਾਇਆ ਨਹੀਂ ਜਾਂਦਾ, ਪਰ ਉਹਦੇ ਨਾਮ ਤੇ DSW, ਡੀਨ ਸਟੂਡੈਂਟਸ ਵੈਲਫੇਅਰ ਜਾਂਦਾ ਹੈ ਵੀ ਅਸੀਂ ਇਹ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰੇਗਾ। ਤੇ ਸਟੂਡੈਂਟ ਰਿਪਰੈਜ਼ੈਂਟੇਟਿਵ ਐਜ਼ ਅ ਆਬਜ਼ਰਵਰ ਉੱਥੇ ਬੈਠਦਾ ਹੈ ਤਾਂ ਕਿ ਉਹ ਦੇਖ ਸਕੇ ਕਿ ਕੀ ਉੱਥੇ ਹੋ ਰਿਹਾ ਹੈ, ਉਹਦੀਆਂ ਪ੍ਰੋਸੀਡਿੰਗਸ ਲੈ ਸਕੇ, ਨਿਰਣੇ ਜਾਣ ਸਕੇ। ਤਾਂ ਸਾਡੀ ਤਾਂ ਡਿਮਾਂਡ ਕਿੱਥੇ ਇਸ ਪਾਸੇ ਨੂੰ ਜਾ ਰਹੀ ਸੀ, ਸਿਰਫ ਸਾਡੀ ਕਿਉਂ, ਪਿਛਲੀਆਂ ਬਹੁਤ ਸਾਰੀਆਂ ਕਾਉਂਸਲ ਜਿਹੜੀਆਂ ਰਹੀਆਂ ਸੀ ਉਹਨਾਂ ਦੀ ਡਿਮਾਂਡ ਇੱਥੋਂ ਤੱਕ ਆ ਰਹੀ ਸੀ ਵੀ ਸਟੂਡੈਂਟ ਰਿਪਰੈਜ਼ੈਂਟੇਟਿਵ ਜਿਹੜਾ ਪ੍ਰਧਾਨ ਇਲੈਕਟਡ ਹੁੰਦਾ ਆ ਉਸ ਨੂੰ ਵੀ ਇਸ ਕਾਉਂਸਲ ਦਾ ਨੋਮੀਨੇਟਡ ਪਾਰਟ ਬਣਾਇਆ ਜਾਵੇ। ਵੀ ਜਿਸ ਤਰੀਕੇ ਨਾਲ ਇਹ ਸੈਨੇਟ ਜਿਹੜੀ ਹੈਗੀ ਹੈ, ਇਹਦੇ ਸੰਘਰਸ਼ ਜਿਹੜੇ ਸ਼ੁਰੂ ਹੋਏ ਸੀ, ਜਿਸ ਨੌਨ ਟੀਚਿੰਗ ਸਭ ਲੜ ਰਹੇ ਸੀਗੇ, ਸਾਨੂੰ ਵੀ ਜਗ੍ਹਾ ਮਿਲੇ ਹੈ ਨਾ, ਸਾਨੂੰ ਵੀ ਉਹਦੇ ਵਿੱਚ ਬੋਲਣ ਦੀ ਸੇ ਹੋਏ, ਤਾਂ ਉਹਦੇ ਵਿੱਚ ਸਟੂਡੈਂਟਸ ਬਹੁਤ ਹੀ ਵੱਡੀ ਗਿਣਤੀ ਹੈ ਜਿਹੜੀ ਕਿ ਕਾਲਜਾਂ 'ਚ ਬੈਠੀ ਹੈ, ਯੂਨੀਵਰਸਿਟੀ ਕੈਂਪਸ 'ਚ ਹੈਗੀ ਹੈ, ਤੇ ਉਹਦੀ ਵੀ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਕਿ ਬੋਲ ਸਕੇ, ਆਪਣੇ ਵਿਚਾਰਾਂ ਨੂੰ ਆਪ ਉੱਥੇ ਰੱਖ ਸਕੇ, ਉਹ ਵੀ ਹੋਣੀ ਚਾਹੀਦੀ ਹੈ। ਪਰ ਕਿੱਥੇ ਸਾਡੀ ਉੱਥੇ ਸਟਰਕਚਰ ਦੇ ਅੰਦਰ ਅਸੀਂ ਆਪਣਾ ਇੱਕ ਮੈਂਬਰ ਪਾਉਣਾ ਚਾਹੁੰਦੇ ਸੀਗੇ, ਪਰ ਉਹ ਸਟਰਕਚਰ ਨੂੰ ਹੀ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਵਾਈਸ ਚਾਂਸਲਰ ਹੈਗਾ ਆ ਇਹੋ ਜਿਹਾ ਕੋਈ ਵੀ ਫਰਮਾਨ ਡਿਸਕਸ਼ਨ ਵਿੱਚ ਨਾ ਲੈ ਕੇ ਆਵੇ, ਉਸ ਦੇ ਉੱਤੇ ਉਹਨੂੰ ਡਿਬੇਟ ਜਾਂ ਫਿਰ ਜਵਾਬਦੇਹੀ ਨਾ ਉਹਦੀ ਕੋਈ ਬਣੇ, ਬਲਕਿ ਉਹ ਸਿੱਧਾ ਉਹਨਾਂ ਹੀ ਨਿਰਣਿਆਂ ਨੂੰ, ਉਹੀ ਇੱਕ ਜਿਹੜਾ ਬੋਰਡ ਆਫ ਗਵਰਨੈਂਸ ਉੱਥੋਂ ਹੀ ਸਿਲੈਕਟ ਹੋਣਾ ਹੈ, ਉਹਨਾਂ ਨੇ ਹੀ ਡਿਸਾਈਡ ਕਰਨਾ ਹੈ, ਉਹਦੇ ਥਰੂ ਪਾਸ ਹੋਵੇ ਤੇ ਯੂਨੀਵਰਸਿਟੀ 'ਚ ਉਹੋ ਜਿਹੀਆਂ ਨੀਤੀਆਂ ਲਿਆਂਦੀਆਂ ਜਾਣ। ਹੁਣ ਇਹ ਬੋਰਡ ਆਫ ਗਵਰਨੈਂਸ ਦਾ ਵੀ ਬੜਾ ਕਹਿ ਦਿੰਦੇ ਨੇ ਵੀ ਇਹ ਤਾਂ ਮੈਰਿਟ ਦੇ ਮੁਤਾਬਿਕ ਬਣੂਗਾ, ਨਹੀਂ ਤੇ ਗ੍ਰੈਜੂਏਟ ਕਨਸਟੀਟੂਐਂਸੀ 'ਚੋਂ ਕੋਈ ਵੀ ਆ ਜਾਂਦਾ ਜਿਹਨੇ BA MA BA ਜਾਂ BSc ਕੀਤੀ ਹੁੰਦੀ ਆ, ਹੈ ਨਾ। ਮਤਲਬ ਇਹਨਾਂ ਦਾ ਇੱਕ ਨਾ ਬੜਾ ਹੀ ਬ੍ਰਾਹਮਣਿਕਲ ਏਜੰਡਾ ਹੈਗਾ ਮੈਰਿਟ ਦੱਸਣ ਵਾਲਾ, ਵੀ ਮੈਰਿਟ ਕੌਣ ਕਿਹਦੀ ਹੋਏਗੀ, ਹੈ ਨਾ। ਇਹ ਅਸੀਂ ਸਾਫ਼ ਜਾਣਦੇ ਹਾਂ ਕਿ ਇਹਨਾਂ ਦੇ ਮੁਤਾਬਿਕ ਮੈਰਿਟ ਹਾਸਿਲ ਕਿੰਨੇ ਕੀਤੀ ਹੈ, ਕਿਹੜੇ ਵਰਗ ਨੇ ਕੀਤੀ ਹੈ ਅੱਜ ਤੱਕ, ਤੇ ਕਿੰਨੂੰ ਇਹ ਸੈਟਲ ਕਰਨਾ ਚਾਹੁੰਦੇ ਆ ਉਸ ਸਟਰਕਚਰ ਦੇ ਅੰਦਰ, ਬੋਰਡ ਆਫ ਗਵਰਨੈਂਸ ਦੇ ਅੰਦਰ, ਜਿਹੜਾ ਡਿਸਾਈਡ ਕਰੂਗਾ। ਅੱਜ ਇਹ ਇਹੋ ਜਿਹੇ ਇਲਜ਼ਾਮ ਵੀ ਲਗਾਉਂਦੇ ਨੇ ਵੀ ਸੈਨੇਟ ਵਿੱਚ ਬਹੁਤ ਹੀ ਜ਼ਿਆਦਾ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਬਾਬੂਸ਼ਾਹੀ ਹੁੰਦੀ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਇਸ ਤੋਂ ਮੁੱਕਰਦੀ ਨਹੀਂ ਵੀ ਸੈਨੇਟ ਦੇ ਅੰਦਰ ਕੋਈ ਦਿੱਕਤਾਂ ਨਹੀਂ ਹੈਗੀਆਂ, ਦਿੱਕਤਾਂ ਹੈਗੀਆਂ ਨੇ, ਰਹਿੰਦੀਆਂ ਨੇ, ਪਰ ਇੱਕ ਪੋਸੀਬਿਲਿਟੀ ਹੈਗੀ ਉਸ ਸਟਰਕਚਰ ਵਿੱਚ ਕਿ ਜਦੋਂ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਅਸੀਂ ਉਸ 'ਚੋਂ ਕੁਝ ਕੱਢ ਪਾਈਏ। ਸਾਡੇ ਬਹੁਤ ਸਾਰੇ ਇਹੋ ਜਿਹੇ ਸੰਘਰਸ਼ ਹੈਗੇ ਨੇ ਜਿਨ੍ਹਾਂ ਨੂੰ ਸੈਨੇਟਰਸ ਨੇ ਸਪੋਰਟ ਕੀਤਾ ਹੈ, ਇਹ ਦੇਖਦੇ ਹਾਂ ਵੀ ਵਿਦਿਆਰਥੀ ਜੈਨੂਇਨ ਕਾਜ਼ ਨੂੰ ਲੈ ਕੇ ਲੜ ਰਹੇ ਨੇ ਤਾਂ ਸਾਡਾ ਇਹ ਪਰਪਸ ਹੈ ਕਿ ਉਹਨਾਂ ਲਈ ਬੋਲਣਾ। ਇਹੋ ਜਿਹੇ ਬਹੁਤ ਸਾਰੇ ਸੈਨੇਟਰ ਨੇ ਜਿਹੜੇ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਨੇ ਤੇ ਉਹ ਜਾਣਦੇ ਹੁੰਦੇ ਨੇ ਕਿ ਕੀ ਦਿੱਕਤ ਆਉਂਦੀ ਹੈ ਵੀ ਜਦੋਂ ਅਬੋਰ ਬੈਠਾ ਵਿਦਿਆਰਥੀ ਵੀ ਆਪਣਾ ਯੂਨੀਵਰਸਿਟੀ ਤੋਂ ਸਰਟੀਫਿਕੇਟ ਨਹੀਂ ਕਢਵਾ ਪਾਉਂਦਾ ਜਾਂ ਪੇਪਰ ਨਹੀਂ ਦੇ ਪਾਉਂਦਾ। ਇਹ ਵੀ ਗੱਲ ਹੈਗੀ ਆ ਵੀ ਜਿਹੜੇ ਇੰਨੀ ਦੂਰ ਪੰਜਾਬ ਦੇ ਇਲਾਕਿਆਂ 'ਚ ਕਿਤੋਂ ਸੈਨੇਟਰ ਆਉਂਦਾ, ਉਹਨੂੰ ਪਤਾ ਹੁੰਦਾ ਵੀ ਫਲਾਣੇ ਕਾਲਜ ਦੇ ਪ੍ਰਿੰਸੀਪਲ ਨੂੰ ਕੀ ਦਿੱਕਤ ਆ ਰਹੀ ਹੈ, ਫਲਾਣੇ ਕਾਲਜ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ, ਇੰਨੇ ਮੁਲਾਜ਼ਮ ਕੱਢ ਦਿੱਤੇ ਨੇ। ਇਹੋ ਜਿਹੇ ਬਹੁਤ ਧਰਨੇ ਹੈਗੇ ਜਿਹੜੇ ਤੁਹਾਨੂੰ ਰੋਜ਼ ਐਡਮਿਨ ਬਲੌਗ ਦੇ ਅੱਗੇ ਦਿਖ ਜਾਣਗੇ। ਪਰ ਉਹਨਾਂ ਸਾਰੇ ਧਰਨਿਆਂ ਨੂੰ ਲੋਕਾਂ ਨੂੰ, ਪ੍ਰੋਫੈਸਰਸ ਨੂੰ ਔਰ ਇਹ ਪੜ੍ਹਨ ਵਾਲੇ ਲੋਕਾਂ ਨੂੰ ਜਿਹੜੇ ਚਾਹੁੰਦੇ ਨੇ ਵੀ ਇਸ ਸਮਾਜ 'ਚ ਅਸੀਂ ਪੜ੍ਹ ਕੇ ਕੁਝ ਬਣ ਸਕੀਏ ਜਾਂ ਕੁਝ ਬਣ ਚੁੱਕੇ ਹੁੰਦੇ ਨੇ, ਉਹਨਾਂ ਦੇ ਕੋਲ ਕੋਈ ਰਾਹ ਨਹੀਂ ਹੋਊਗਾ ਕਿ ਉਹ ਕਿਹਦੇ ਕੋਲ ਜਾਣਗੇ। ਉਹਨਾਂ ਕੋਲ ਸਿਰਫ ਬੋਰਡ ਆਫ ਗਵਰਨੈਂਸ ਹੋਊਗਾ, ਬੋਰਡ ਆਫ ਗਵਰਨੈਂਸ ਦੇ ਅੰਦਰ ਸੰਘ ਦੇ ਬੰਦੇ ਹੋਣਗੇ, ਫਿਰ ਜਾਂ ਤੁਸੀਂ ਇਹਨਾਂ ਦੇ ਬੰਦਿਆਂ ਕੋਲ ਚਮਚਾਗਿਰੀ ਕਰੋ, ਉਹੀ ਵਾਈਸ ਚਾਂਸਲਰ ਤੇ BJP ਤੇ RSS ਦੇ ਆਈਡੀਆ ਦੇ ਨਾਲ ਮਿਲ ਕੇ ਚੱਲੋ ਤਾਂ ਤੁਹਾਡਾ ਕੁਝ ਬਣ ਸਕੇਗਾ, ਨਹੀਂ ਤੇ ਭੁੱਲ ਜਾਓ, ਵੀ ਪਤਾ ਵੀ ਨਹੀਂ ਚੱਲੇਗਾ ਕਿ ਜਾਣਾ ਕਿੱਥੇ ਹੈ। ਇਸੇ ਤਰੀਕੇ ਨਾਲ ਸੈਂਟਰਲਾਈਜੇਸ਼ਨ ਨਾਲ ਸਾਨੂੰ ਜਿਹੜੇ ਉਹ ਸਾਡੇ ਐਕਸ਼ਨ ਪੁਆਇੰਟਸ ਹੈਗੇ ਨੇ ਉਹ ਖਤਮ ਕੀਤੇ ਜਾ ਰਹੇ ਨੇ, ਸਾਨੂੰ ਪਤਾ ਹੀ ਨਾ ਚੱਲੇ ਵੀ ਅਸੀਂ ਅਸਲੀ ਡਿਮਾਂਡ ਰੱਖਣੀ ਕਿਹਦੇ ਅੱਗੇ ਆ। ਤੇ ਇਹ ਵੀ ਸਾਨੂੰ ਪਤਾ ਹੈ ਵੀ ਸੈਂਟਰ ਜਾਣਾ ਕਿੰਨਾ ਕੁ ਸੌਖਾ ਹੈ, ਦਿੱਲੀ ਪਹੁੰਚਣਾ ਕਿੰਨਾ ਕੁ ਸੌਖਾ ਹੈ ਨਾ। ਦਿੱਲੀ ਵਿਦਿਆਰਥੀਆਂ ਦਾ ਇੱਕ ਇੰਨੀ ਸਟੂਡੈਂਟ ਮੂਵਮੈਂਟ ਨੂੰ ਇਕੱਠੇ ਪਹੁੰਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਤੇ ਕਿੱਥੇ ਹੀ ਸਾਡੇ ਪੰਜਾਬ ਮਤਲਬ ਦੇ ਇਲਾਕੇ ਦੀਆਂ, ਸੂਬੇ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਾਂ ਨਿੱਕੇ ਇਸ਼ੂਜ਼ ਹੀ ਨੇ, ਉਹ ਇੱਥੇ ਸੈਨੇਟ 'ਚ ਰਿਜ਼ੋਲਵ ਹੋ ਜਾਂਦੇ। ਤੁਹਾਨੂੰ ਲੱਗਦਾ ਵੀ ਬੜੀਆਂ ਗੱਲਾਂ ਹੁੰਦੀਆਂ ਗਈਆਂ, ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈਗਾ, ਵੱਡੀਆਂ ਸਟੇਜਾਂ ਤੋਂ ਗੱਲਾਂ ਹੁੰਦੀਆਂ, ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ, ਉੱਥੇ ਵੀ ਇਹ ਗੱਲਾਂ ਹੁੰਦੀਆਂ, ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹ ਵੀ ਬੋਲਦੇ ਰਹਿੰਦੇ ਨੇ। ਤੁਹਾਨੂੰ ਲੱਗਦਾ ਇਸ ਨੂੰ ਵੀ, ਇਸ ਦੇ ਤਾਰ ਵੀ ਉਸ ਚੀਜ਼ ਨਾਲ
ਜੋੜ ਕੇ ਦੇਖ ਸਕਦੇ ਹਾਂ। ਜਦੋਂ ਸੰਘ ਦੀ ਗੱਲ ਆਉਂਦੀ ਆ, RSS ਦੀ ਗੱਲ ਆਉਂਦੀ ਆ, ਤਾਂ ਇਹ ਵੀ ਉਸ ਦੀ ਇੱਕ ਕੜੀ ਆ ਵੀ ਮਾਹੌਲ ਖਰਾਬ ਕਰਨ ਦੀ ਇੱਕ ਨਵੀਂ ਕੋਸ਼ਿਸ਼ ਆ ਵੀ ਇਧਰੋਂ ਸਟੂਡੈਂਟ ਵਾਲੇ ਪਾਸੇ ਵੀ ਇਸ ਮਾਹੌਲ ਨੂੰ ਖਰਾਬ ਕੀਤਾ ਜਾਵੇ, ਹਿਲਾਇਆ ਜਾਵੇ ਪੰਜਾਬ ਨੂੰ ਹਰ ਪਾਸਿਓਂ। ਬਿਲਕੁਲ, ਵਿਦਿਆਰਥੀਆਂ ਦੇ ਲਈ ਵੀ ਇਹਨਾਂ ਨੇ ਇਹ ਇੱਕ ਵਧੀਆ ਮੌਕਾ ਭਾਲਿਆ ਹੋਇਆ ਵਾ ਵੀ ਕਿਉਂਕਿ ਕੋਵਿਡ ਚੱਲ ਰਿਹਾ ਹੈ, ਬੱਚੇ ਘਰੇ ਨੇ ਤੇ ਵੈਸੇ ਵੀ ਇਹ ਇਹੋ ਜਿਹਾ ਮਸਲਾ ਹੈ ਜਿਸ 'ਚ ਵਿਦਿਆਰਥੀ ਸਿੱਧੇ ਮਤਲਬ ਆਪਣੇ ਕੋਈ ਮਾਪਦੰਡ ਸਮਝ ਨਹੀਂ ਪਾਉਣਗੇ। ਬਹੁਤ ਹੀ ਪੋਲੀਟੀਕਲ ਮਸਲਾ ਲੱਗਦਾ ਹੈ, ਸੈਨੇਟ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਯੂਨੀਵਰਸਿਟੀ ਸੈਂਟਰਲ ਹੋਊਗੀ ਜਾਂ ਇੰਟਰਸਟੇਟ ਹੋਊਗੀ ਜਾਂ ਸਟੇਟ ਹੋਊਗੀ ਤਾਂ ਕੀ ਫਾਇਦੇ ਨੇ। ਇਹ ਸਾਰੀਆਂ ਚੀਜ਼ਾਂ ਤੋਂ ਇੱਕ ਤਾਂ ਸਟੂਡੈਂਟਸ ਨੂੰ ਪਹਿਲਾਂ ਹੀ ਪੋਲੀਟਿਕਸ ਤੋਂ ਦੂਰ ਰੱਖਿਆ, ਇਹ ਚੀਜ਼ਾਂ ਦੱਸੀਆਂ ਹੀ ਨਹੀਂ ਹੈ ਨਾ, ਇਹ ਪਤਾ ਹੀ ਨਹੀਂ ਹੁੰਦਾ ਸੈਂਟਰਲ ਯੂਨੀਵਰਸਿਟੀ ਹੈ, ਸਟੇਟ ਯੂਨੀਵਰਸਿਟੀ ਹੈ, ਕਿਹਦੇ ਵਿੱਚ ਕਿਵੇਂ ਹੈ। ਤੇ ਇਸ ਤੋਂ ਬਾਅਦ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਐਜੂਕੇਸ਼ਨਲ ਦਾਇਰਿਆਂ ਦੇ ਅੰਦਰ। ਨਿਊ ਐਜੂਕੇਸ਼ਨ ਪਾਲਿਸੀ ਆਂਦੀ ਹੈ ਨਾ, ਤਾਂ ਉਸ ਨੂੰ ਵੀ ਲੈ ਕੇ ਜਿਹਦੇ ਵਿੱਚ ਹੀ ਇਹ ਬੋਰਡ ਆਫ ਗਵਰਨੈਂਸ ਦੀ ਸਾਰੀ ਮਤਲਬ ਮੈਂ ਕਹੂੰਗੀ ਕਿ ਸੋਚੀ ਸਮਝੀ ਸਾਜ਼ਿਸ਼ ਆਉਂਦੀ ਹੈ ਵੀ ਕਿੱਦਾਂ ਜਿਹੜਾ ਇਸ ਮੋਦੀ ਹਕੂਮਤ ਦੀ ਜਿਹੜੀ ਇੱਕ ਮੇਨ ਆਈਡੀਓਲੋਜੀ ਹੀ ਇਸ ਚੀਜ਼ ਨੂੰ ਲੈ ਕੇ ਕੰਮ ਕਰਦੀ ਰਹੀ ਹੈ ਵੀ ਸੈਂਟਰਲਾਈਜ਼ ਕਿੱਦਾਂ ਕਰਨਾ ਆ, ਹੈ ਨਾ, ਵੀ ਕਿੱਦਾਂ ਆਟੋਕ੍ਰੇਸੀ ਚੱਲੇਗੀ ਕਿ ਇੱਕ ਚੀਜ਼ ਹੋਏਗੀ, ਹੈ ਨਾ। ਉਹ ਇੱਕ ਚੀਜ਼ ਨੂੰ ਬਹੁਤ ਕਰਦੇ ਨੇ ਨਾ, ਯੂਨੀਫਿਕੇਸ਼ਨ ਬੜੀ ਕਹਿੰਦੇ ਨੇ ਵੀ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਤਰ੍ਹਾਂ ਦਾ ਕੱਪੜਾ, ਇੱਕ ਤਰ੍ਹਾਂ ਦਾ ਖਾਣਾ, ਤਾਂ ਉਹ ਸਾਰੀ ਰੋਕ ਟੋਕ ਜਿਹੜੀ ਹੈਗੀ ਆ ਫਿਰ ਉਹ ਸੈਂਟਰ ਜਾਂ ਬੋਰਡ ਆਫ ਗਵਰਨੈਂਸ ਡਿਸਾਈਡ ਕਰੇਗਾ। ਤਾਂ ਕਨੂ ਜੀ ਤੁਸੀਂ ਗੱਲ ਕਰ ਰਹੇ ਹੋ ਇੱਕ ਰਾਸ਼ਟਰ, ਇੱਕ ਭਾਸ਼ਾ ਦੀ, ਇੱਕ ਤਰ੍ਹਾਂ ਦਾ ਪਹਿਰਾਵਾ ਹੋਵੇ, ਦੇਖਣ ਨੂੰ ਲੋਕ ਇੱਕ ਤਰ੍ਹਾਂ ਦੇ ਲੱਗਣ, ਪਰ ਜਿਹੜਾ ਪੰਜਾਬ ਦਾ ਕਲਚਰ ਆ, ਪੰਜਾਬ ਦਾ ਇਤਿਹਾਸ ਆ, ਪੰਜਾਬ ਹਮੇਸ਼ਾ ਜਦੋਂ ਕੁਝ ਵੀ ਹੁੰਦਾ, ਪੰਜਾਬ ਤੇ ਪਹਿਲਾਂ ਵੀ ਮਾੜਾ ਦੌਰ ਆਉਂਦਾ ਰਿਹਾ ਹੈਗਾ, ਪੰਜਾਬ ਰਿਐਕਟ ਕਰਦਾ ਗਾ। ਤੁਹਾਨੂੰ ਲੱਗਦਾ ਜਿਹੜੇ ਸਟੂਡੈਂਟ ਨੇ, ਤੁਸੀਂ ਸਟੂਡੈਂਟਾਂ ਦੇ ਵਿੱਚ ਵਿਚਰਦੇ ਹੋ, ਜਿਹੜੀ ਰਿਐਕਸ਼ਨ ਪਾਵਰ ਆ ਜਾਂ ਰਿਐਕਟ ਆ ਉਹਨਾਂ ਬੋਲਡਲੀ ਰਿਐਕਟ ਹੋਊਗਾ ਕਿਉਂਕਿ ਇਸ ਦੇ ਬਹੁਤ ਗਲਤ ਮਾਇਨੇ ਵੀ ਨਿਕਲਣਗੇ, ਕਈ ਸਟੂਡੈਂਟਾਂ ਨੂੰ ਕੋਰਾਹੇ ਵੀ ਪਾਇਆ ਜਾਊ। ਇਹ ਇਤਿਹਾਸ ਰਿਹਾ ਹੈਗਾ ਪੰਜਾਬ ਦਾ। ਬਿਲਕੁਲ, ਅੱਜ ਦੇ ਸਮੇਂ ਤੇ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਕਵਾਂ ਜਾਂ ਫਿਰ ਮੈਨੂੰ ਲੱਗਦਾ ਡਿਸਟ੍ਰਿਕਟ ਜਿੰਨੇ ਹੈਗੇ ਨੇ ਉਸ ਤੋਂ ਵੀ ਵਧੇਰੇ ਧਰਨੇ ਚੱਲ ਰਹੇ ਨੇ ਤੇ ਉਹਨਾਂ ਸਾਰੇ ਧਰਨਿਆਂ ਤੇ ਇਹਨਾਂ ਸਭ ਹੱਕਾਂ ਹਕੂਮਤਾਂ ਦੀ ਗੱਲ ਚੱਲ ਰਹੀ ਹੈ ਅੱਜ ਦੇ ਸਮੇਂ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਯੂਨੀਵਰਸਿਟੀ ਵੀ ਇੱਕ ਉਹੋ ਜਿਹਾ ਪਲੇਟਫਾਰਮ ਦਿੰਦੀ ਰਹੀ ਹੈ, ਇੱਕ ਉਹੋ ਜਿਹੀ ਸਪੇਸ ਦਿੰਦੀ ਰਹੀ ਹੈ ਵੀ ਜਿਸ ਯੂਨੀਵਰਸਿਟੀ ਦੇ ਅੰਦਰ ਆ ਕੇ ਸਟੂਡੈਂਟ ਐਕਚੁਅਲੀ ਸਮਝਦਾ ਹੈ ਕਿ ਸਾਡੇ ਰਾਈਟਸ ਕੀ ਨੇ, ਚਾਹੇ ਉਹ ਐਜੂਕੇਸ਼ਨ ਦੇ ਸਫੀਅਰ ਵਿੱਚ ਹੋਣ, ਚਾਹੇ ਉਹ ਸੋਸਾਇਟੀ ਦੇ ਅੰਦਰ ਬਾਕੀ ਵਿਚਰਨ ਦੇ ਢੰਗ ਹੋਣ, ਉਹਦੇ ਵਿੱਚ ਸਾਨੂੰ ਕਿੱਦਾਂ ਉਹਨਾਂ ਨੂੰ ਕਲੇਮ ਕਰਨਾ ਹੈ। ਤਾਂ ਇੱਕ ਪ੍ਰੋਟੈਸਟ ਦਾ ਕਲਚਰ ਹੈ ਮੈਨੂੰ ਲੱਗਦਾ ਜਿਹੜਾ ਯੂਨੀਵਰਸਿਟੀ ਬਹੁਤ ਸਟੂਡੈਂਟਸ ਨੂੰ ਦੱਸਦੀ ਹੈ ਤੇ ਉਹ ਚੀਜ਼ ਤੇ ਉਹ ਡਾਇਸੈਂਟ ਨੂੰ ਸਿਖਾਉਂਦੀ ਵੀ ਹੈ ਵੀ ਕਿੱਦਾਂ ਤੁਸੀਂ ਰਜਿਸਟਰ ਕਰਨਾ ਹੈ। ਤੇ ਐਜੂਕੇਸ਼ਨ ਦੇ ਮੈਨੂੰ ਲੱਗਦਾ ਮਾਇਨੇ ਵੀ ਇਹੀ ਨੇ ਕਿ ਤੁਸੀਂ ਸਵਾਲ ਕਰ ਪਾਓ, ਤੁਸੀਂ ਡਾਇਸੈਂਟ ਦੇ ਆਪਣਾ ਰਜਿਸਟਰ ਕਰਾ ਪਾਓ, ਨਾ ਕਿ ਇਹ ਕਿ ਤੁਹਾਨੂੰ ਬਸ ਬੋਲ ਕੇ ਚੁੱਪ ਕਰਾ ਦਿੱਤਾ ਜਾਏਗਾ। ਉਹ ਤਾਂ ਜਿਹੜਾ ਇਹ ਸਾਰੀਆਂ ਚੀਜ਼ਾਂ ਤੋਂ ਮੈਨੂੰ ਲੱਗਦਾ ਕਿ ਜਿਹੜੇ ਉੱਠੇ ਹੋਏ ਫਿਰ ਸਟੂਡੈਂਟ ਲੀਡਰਸ ਉੱਥੇ ਰਹੇ ਨੇ ਅੱਜ ਤੱਕ, ਉਹਨਾਂ ਨੇ ਆਪਣੇ ਇਹੋ ਜਿਹੇ ਕਈ ਸੰਘਰਸ਼ਾਂ ਤੋਂ, ਚਾਹੇ ਉਹ ਫੀ ਹਾਈਕ ਦੇ ਇਸ਼ੂ ਹੋਣ, ਚਾਹੇ ਉਹ ਹੌਸਟਲ ਟਾਈਮ ਦੇ ਇਸ਼ੂਜ਼ ਹੋਣ, ਚਾਹੇ ਤਰ੍ਹਾਂ ਦੇ ਐਡਮਿਨਿਸਟ੍ਰੇਟਿਵ ਇਸ਼ੂਜ਼ ਹੋਣ, ਬਿਊਰੋਕ੍ਰੈਟਿਕ ਇਸ਼ੂਜ਼ ਹੋਣ, ਉਹ ਰਿਜ਼ੋਲਵ ਕਰਾਏ ਨੇ। ਹਜੇ ਵੀ ਇਸ਼ੂਜ਼ ਕੋਈ ਮੁੱਕੇ ਨਹੀਂ ਗਏ, ਪਰ ਉਹਨਾਂ ਵਿੱਚੋਂ ਅਗਰ ਇਹੋ ਜਿਹੇ ਇਸ਼ੂਜ਼ ਆਉਂਦੇ ਨੇ ਤਾਂ ਮੈਨੂੰ ਲੱਗਦਾ ਹੈ ਸਟੂਡੈਂਟਸ ਮੋਬਿਲਾਈਜ਼ ਹੋਣਾ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤੇ ਅੱਜ ਵੀ ਜਿਹੜਾ ਪੰਜਾਬ ਦਾ ਐਲੂਮਨਾਈ ਹੈਗਾ ਆ ਆਸੇ ਪਾਸੇ ਜਾਂ ਫਿਰ ਜਿਹੜੇ ਵੀ ਇਹ ਲੀਡਰਸ ਹੈਗੇ ਨੇ, ਇਹ ਇੰਨੀ ਕੁ ਸੇਧਤਾ ਰੱਖਦੇ ਨੇ ਵੀ ਉਹ ਆਪਣੇ ਮੈਸੇਜ ਨੂੰ ਅੱਜ ਪੰਜਾਬ ਦੇ ਹਰ ਉਸ ਸਟੇਜ ਤੋਂ ਵੀ ਪਹੁੰਚਾ ਪਾਉਣਗੇ ਤੇ ਉਸ ਤਰੀਕੇ ਨਾਲ ਹੀ ਗਵਰਨਮੈਂਟ ਤੋਂ ਵੀ ਪਹੁੰਚਾ ਪਾਉਣਗੇ ਤੇ ਨਾਲ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਮੋਬਿਲਾਈਜ਼ ਕਰ ਪਾਉਣਗੇ। ਕਨੂ ਜੀ ਇੱਥੇ ਇੱਕ ਗੱਲ ਹੋਰ ਉੱਠਦੀ ਹੈ ਵੀ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ ਬੜੇ ਲੰਮੇ ਸਮੇਂ ਤੋਂ, ਲੰਮਾ ਪ੍ਰੋਸੈਸ ਚੱਲਦਾ ਹੁੰਦਾ ਜਦੋਂ ਵੱਡਾ ਚੇਂਜ ਲੈ ਕੇ ਆਉਣਾ ਹੋਵੇ। ਜੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ, ਗੱਲ ਕਰਦੇ ਹਾਂ BJP ਦੀ, ਗੱਲ ਕਰਦੇ ਹਾਂ ਜਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਜਦੋਂ ਇਹਨਾਂ ਦੀ ਐਂਟਰੀ ਹੁੰਦੀ ਹੈ, SOI ਬਣਦੀ ਹੈ, ਭੁੱਸੂ ਵਰਗੇ ਮੇਨ ਪੁਰਾਣੀਆਂ ਪਾਰਟੀਆਂ, ਛੋਟੀ ਪੁਰਾਣੀ ਪਾਰਟੀ, ਉਹਨਾਂ ਦੇ ਏਜੰਡੇ ਖਤਮ ਕਰ ਦਿੱਤੇ ਜਾਂਦੇ ਨੇ। ਬਜਟ ਕਾਫੀ ਹੈਵੀ ਹੁੰਦਾ ਗਾ, ਇਲੈਕਸ਼ਨਸ ਦਾ ਹੋਰ ਬੜੀਆਂ ਚੀਜ਼ਾਂ ਹੁੰਦੀਆਂ 1-2 ਨੰਬਰ ਦੀਆਂ ਜੇ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਦੱਸਣਾ ਹੋਵੇ। ਕਿਤੇ ਨਾ ਕਿਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਵੀ ਕਾਫੀ ਢਾਹ ਲਾਈ ਆ, ਅਸਲੀ ਸਿਉਂਖ ਦਾ ਕੰਮ ਕੀਤਾ ਇਹਨਾਂ ਨੇ। ਦੇਖਿਆ ਜਾਵੇ ਤਾਂ ਯੂਨੀਵਰਸਿਟੀ ਦੀ ਮਤਲਬ ਜਿਹੜੀ ਪੋਲੀਟੀਕਲ ਸਪੇਸ ਹੈਗੀ ਆ ਉਹਦੇ ਵਿੱਚ ਜ਼ਰੂਰ ਇੱਕ ਬਾਹਰ ਦੇ ਇਲੈਕਟੋਰਲ ਪੋਲੀਟਿਕਸ ਨੇ ਵੀ ਆਪਣੀ ਜਗ੍ਹਾ ਬਣਾਈ, ਆਪਣੇ ਯੂਥ ਵਿੰਗਸ ਖੋਲੇ ਤੇ ਉਹਨਾਂ ਨੇ ਵੀ ਕੰਮ ਕੀਤਾ। ਖਤਰਨਾਕ ਤਾਂ ਹੋਇਆ ਨਾ। ਹਾਂ ਬਿਲਕੁਲ, ਉਹਨਾਂ ਦਾ ਵੀ ਇੱਕ ਜਿਹੜਾ ਇੰਪੈਕਟ ਸੀਗਾ ਉਹ ਅੱਜ ਵੀ ਸਟੂਡੈਂਟਸ ਵਿੱਚ ਹੈਗਾ ਵੀ ਉਹਨਾਂ ਨੂੰ ਲੱਗਦਾ ਕਿ ਯੂਨੀਵਰਸਿਟੀ ਜਾ ਕੇ ਤਾਂ ਸਿਰਫ ਖਾਓ ਪੀਓ ਤੇ ਐਸ਼ ਕਰੋ, ਹੈ ਨਾ, ਟ੍ਰਿਪਸ ਤੇ ਜਾਓ, ਵੋਟਸ, ਇਲੈਕਸ਼ਨ ਕੀ ਹੁੰਦਾ, ਇਲੈਕਸ਼ਨ ਤਾਂ ਇੱਕ ਮੇਲਾ ਹੁੰਦਾ ਹੈ। ਉਹਨਾਂ ਲਈ ਇਲੈਕਸ਼ਨ ਸੀਰੀਅਸ ਨਹੀਂ ਰਹੇ, ਉਹਨਾਂ ਲਈ ਪੋਲੀਟਿਕਸ ਸਿਰਫ ਇਲੈਕਸ਼ਨ ਤੱਕ ਸੀਮਿਤ ਰਹੀ, ਉਸ ਤੋਂ ਬਾਅਦ ਪਿੱਛੇ ਅੱਗੇ ਕੀ ਹੁੰਦਾ ਹੈ ਉਹ ਸਭ ਗਾਇਬ। ਤਾਂ ਇੱਕ ਜਿਹੜੀ ਮੈਨੂੰ ਲੱਗਦਾ ਹੈ ਕਿ ਇੱਕ ਇਹੋ ਜਿਹੀ ਮਤਲਬ ਜੋ ਤੁਸੀਂ ਇਲੈਕਸ਼ਨਸ ਹੀ ਲੜਦੇ ਹੋ ਜਾਂ ਫਿਰ ਜਦੋਂ ਤੁਸੀਂ ਇੱਕ ਖੁਦ ਪੋਲੀਟਿਕਸ ਨੂੰ ਹੀ ਸਮਝਦੇ ਹੋ ਤਾਂ ਉਹਦੇ ਵਿੱਚ ਲੋਕਾਂ ਦੇ ਇਸ਼ੂਜ਼, ਸਟੂਡੈਂਟਸ ਦੇ ਇਸ਼ੂਜ਼ ਤੇ ਪੋਲੀਟਿਕਸ ਓਵਰਆਲ ਚੱਲਦੀ ਕਿੱਦਾਂ ਉਹਦੇ ਤੇ ਗੱਲ ਹੁੰਦੀ ਹੈ ਰਾਦਰ ਦੈਨ ਇਹਦੇ ਤੇ ਗੱਲ ਜਾਂ ਫਿਰ ਸਾਡਾ ਕੀ ਰਸਤਾ ਹੈ, ਅਸੀਂ ਕੀ ਸਮਾਜ ਦੀ ਸਮਝ ਰੱਖਦੇ ਹਾਂ, ਰਾਦਰ ਦੈਨ ਇਹ ਵੀ ਕੌਣ ਤੁਹਾਡੇ ਵੱਧ ਨੇੜੇ ਰਹਿੰਦਾ ਹੈ, ਕੌਣ ਤੁਹਾਡੇ ਪਿੰਡ ਤੋਂ ਹੈ ਜਾਂ ਕਿੱਦਾਂ। ਤਾਂ ਹਾਂ, ਉਹ ਸਿਆਸੀ ਪਾਰਟੀਆਂ ਨੇ ਇਹ ਜਿਹੜਾ ਇਫੈਕਟ ਪਾਇਆ ਆ ਉਹ ਤਾਂ ਪੰਜਾਬ ਯੂਨੀਵਰਸਿਟੀ ਦੇ ਕਲਚਰ ਨੂੰ ਅੱਜ ਵੀ ਖਰਾਬ ਉਹਨਾਂ ਕੀਤਾ ਹੀ ਹੋਇਆ ਆ।
ਪਰ ਹੁਣ ਜਿਵੇਂ ਇਹਦਾ ਹੱਲ ਵੀ ਅਸੀਂ ਕੱਢਣਾ ਹੋਵੇ ਤਾਂ ਇਹਦਾ ਹੱਲ ਇਹ ਤਾਂ ਨਹੀਂ ਹੈਗਾ ਕਿ ਪੋਲਿਟਿਕਸ ਹੀ ਬੰਦ ਕਰ ਦਿਓ, ਇਲੈਕਸ਼ਨ ਹੀ ਬੰਦ ਕਰ ਦਿਓ, ਹੈ ਨਾ। ਆਪਾਂ ਇਸੇ 'ਚ ਸੁਧਾਰ ਦੇਖਾਂਗੇ। ਇਸੇ ਵਿੱਚ ਇਹੋ ਜਿਹੀਆਂ ਜਥੇਬੰਦੀਆਂ ਵੀ ਆਈਆਂ ਨੇ ਜਿਨ੍ਹਾਂ ਨੇ ਕੋਈ ਪੋਸਟਰ ਪੋਲਿਟਿਕਸ ਨਹੀਂ ਕੀਤੀ, ਆਪਣੀ ਵਿਚਾਰਧਾਰਾ ਅੱਗੇ ਰੱਖੀ ਹੈ ਨਾ। ਤਾਂ ਇਹੋ ਜਿਹੇ ਵਿੱਚ ਤਾਂ ਤੁਸੀਂ ਲੜ ਕੇ ਉਹ ਚੀਜ਼ ਨੂੰ ਸੌਰਟ ਕਰੋਗੇ ਨਾ, ਰੈਦਰ ਦੈਨ ਕਿ ਪੋਲਿਟਿਕਸ ਬਹੁਤ ਗੰਦੀ ਆ ਤਾਂ ਅਸੀਂ ਕਰਾਂਗੇ ਹੀ ਨਹੀਂ। ਤਾਂ ਫਿਰ ਤਾਂ ਤੁਸੀਂ ਅਲਾਉ ਕਰ ਰਹੇ ਹੋ ਵੀ ਜਿਹੜੇ ਗੰਦੀ ਕਰਦੇ ਨੇ ਉਹ ਕਰਦੇ ਰਹਿਣ। ਤਾਂ ਇਹੋ ਜਿਹੇ ਤਰੀਕੇ ਜਿਹੜੇ ਹੈਗੇ ਨੇ ਬੀਜੇਪੀ ਆਰਐਸਐਸ ਦੇ ਰਹੇ ਨੇ ਵੀ ਜਿਹੜੇ ਮਤਲਬ ਜਿਹੜੀ ਚੀਜ਼ ਜਿਵੇਂ ਹੁਣ ਸਿੱਧੀ ਜੀ ਗੱਲ ਆ, ਫਾਰਮ ਬਿਲਸ ਵੇਰੀ ਵੀ ਜਦੋਂ ਏਪੀਐਮਸੀ ਖਤਮ ਕਰਦੇ ਨੇ, ਹੈ ਨਾ, ਮੰਡੀਆਂ ਤੋਂ ਕੋਈ ਕਿਸਾਨ ਬਹੁਤਾ ਖੁਸ਼ ਵੀ ਨਹੀਂ ਸੀਗਾ, ਪਰ ਕੋਈ ਸੀ ਤਾਂ ਜਿਹਦੇ ਕੋਲੋਂ ਜਾਂਦਾ ਸੀ। ਤਾਂ ਉਸੇ ਤਰੀਕੇ ਨਾਲ ਇਸ ਵਿੱਚ ਵੀ ਦੇਖੋ, ਔਰ ਉਹ ਕੀ ਕਹਿੰਦੇ ਨੇ, ਅਸੀਂ ਤਾਂ ਵਿੱਚ ਵਾਲਾ ਬੰਦਾ ਖਤਮ ਕਰਤਾ, ਹੈ ਨਾ, ਅਸੀਂ ਤਾਂ ਤੁਹਾਡੇ ਲਈ ਰਿਫਾਰਮ ਕੀਤਾ। ਇਹਨਾਂ ਦੇ ਸਾਰੇ ਰਿਫਾਰਮਸ, ਸਾਰੀ ਚੋਇਸਿਸ ਜਿਹੜੀਆਂ ਕਹਿੰਦੇ ਨੇ ਨਾ, ਉਹ ਸਿਰਫ ਤੇ ਸਿਰਫ ਇੱਕ ਵਰਗ ਤੱਕ ਪੋਸੀਬਲ ਨੇ, ਹੈ ਨਾ। ਚੋਇਸ ਕਿਹਨੂੰ ਹੈ? ਨਿਊ ਐਜੂਕੇਸ਼ਨ ਪਾਲਿਸੀ 'ਚ ਵੀ ਇਹ ਕਹਿੰਦੇ ਪਏ ਨੇ ਕਿ ਤੁਹਾਨੂੰ ਚੋਇਸ ਹੈਗੀ ਹੈ ਵੀ ਤੁਸੀਂ ਇੰਗਲਿਸ਼ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ। ਚੋਇਸ ਇੰਗਲਿਸ਼ ਕਿਹਦੀ ਹੈਗੀ ਆ? ਜਿਹਦੇ ਘਰਦਿਆਂ ਨੂੰ ਉੜਾ ਅੜਾ ਹੀ ਆਉਂਦਾ, ਸਿਰਫ ਇੰਗਲਿਸ਼ ਨਹੀਂ ਆਉਂਦੀ, ਉਹ ਕਿੱਦਾਂ ਆਪਣੇ ਬੱਚੇ ਨੂੰ ਸਿਖਾਇਆ ਕਰਨਗੇ? ਜਿਹਦੇ ਕੋਲ ਸਿਰਫ ਪੇ ਕਰਨ ਨੂੰ ਪੈਸੇ ਹੀ ਨਹੀਂ ਹੈਗੇ ਉਹਨੇ, ਉਹ ਕਿੱਦਾਂ ਅੰਗਰੇਜ਼ੀ ਪੜ੍ਹਾਉਣ ਦੀ ਐਕਸਟਰਾ ਫੀਸ ਜਾਂ ਫਰੈਂਚ ਸਿਖਾਉਣ ਦੀਆਂ ਐਕਸਟਰਾ ਫੀਸਾਂ ਭਰ ਦਿਆ ਕਰੂਗਾ? ਤਾਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਵੀ ਤੁਹਾਨੂੰ ਚੋਇਸ ਹੈਗੀ ਆ, ਦੇਖੋ ਜੀ ਚੋਇਸ ਐਵੇਂ ਨਹੀਂ ਆਉਂਦੀ, ਚੋਇਸ ਪ੍ਰਿਵਿਲੇਜਸ ਨਾਲ ਆਉਂਦੀ ਆ, ਚੋਇਸ ਪੈਸੇ ਨਾਲ ਆਉਂਦੀ ਆ। ਨਹੀਂ ਤੇ ਕੋਈ ਇੰਨੀ ਅੱਗੇ ਮੰਡੀ ਨਹੀਂ ਲੱਗੀ ਕਿ ਤੁਹਾਨੂੰ ਕਹਿ ਰਹੀ ਹੈ ਕਿ ਜਿਹੜਾ ਮਰਜ਼ੀ ਚੀਜ਼ ਖਰੀਦ ਲਓ ਉੱਥੋਂ, ਉਹਦਾ ਦਾਮ ਹੈ ਇੱਕ, ਤੇ ਉਹ ਦਾਮ ਇਹ ਡਿਸਾਈਡ ਕਰਦੇ ਨੇ। ਸੈਂਟਰਲਾਈਜੇਸ਼ਨ ਹੋਣ ਦੇ ਨਾਲ ਵੀ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰਾਈਵੇਟਾਈਜੇਸ਼ਨ ਕਿਹੜਾ ਰੁਕ ਜਾਊਗਾ? ਹੁਣ ਜਦੋਂ ਮੈਂ ਕਹਿੰਦੀ ਹਾਂ ਕਿ ਪੈਰਲਲਸ ਡਰਾ ਕਰੀਏ ਨਾ, ਹਰ ਚੀਜ਼ 'ਚ ਉਹੀ ਪੈਰਲਲ ਮਿਲ ਰਹੇ ਨੇ ਵੀ ਜੇ ਖੇਤੀ ਵੀ ਕਹਿੰਦੇ ਪਏ ਨੇ ਅਸੀਂ ਮਤਲਬ ਉਹ 'ਚ ਕਾਰਪੋਰੇਟ ਵਾੜਨੇ ਨੇ, ਉਹ ਮਤਲਬ ਆਪਣੀ ਰਿਸਪੌਂਸਿਬਿਲਿਟੀ ਛੱਡ ਦੇਣੀ ਆ। ਇਹਨਾਂ ਦੇ ਮਿਨਿਸਟਰ ਖੁੱਲ੍ਹੇ ਤਰੀਕੇ ਨਾਲ ਕਹਿੰਦੇ ਨੇ ਵੀ ਇੰਡਸਟਰੀਅਲਿਸਟ ਆਉਣੇ ਚਾਹੀਦੇ ਆ ਯੂਨੀਵਰਸਿਟੀ ਵਿੱਚ, ਫਲਾਣਾ ਆਉਣਾ ਚਾਹੀਦਾ ਆ, WTO ਨੂੰ ਤੁਸੀਂ ਐਜੂਕੇਸ਼ਨ ਵੇਚ ਦਿੱਤੀ, ਹੈ ਨਾ। ਤਾਂ ਉਹ ਜਦੋਂ ਸਿਰਫ ਸੈਂਟਰਲਾਈਜੇਸ਼ਨ ਕਹਿੰਦੇ ਨੇ, ਨਾਲ ਨਾਲ ਇਹ ਨਹੀਂ ਕਹਿੰਦੇ ਵੀ ਅਸੀਂ ਸਟੇਟ ਬੜੀ ਰਿਸਪੌਂਸਿਬਿਲਿਟੀ ਲਵਾਂਗੇ ਸੈਂਟਰ ਤੋਂ ਕਿ ਤੁਹਾਨੂੰ ਫੰਡਸ ਆਇਆ ਕਰਨਗੇ, ਤੁਹਾਡੀ ਮਤਲਬ ਐਜੂਕੇਸ਼ਨ ਇੰਪਲੋਇਮੈਂਟ ਦਾ ਅਸੀਂ ਦੇਖਾਂਗੇ। ਨਹੀਂ, ਅਸੀਂ ਲਵਾਂਗੇ, ਫਿਰ ਅਸੀਂ ਤੁਹਾਨੂੰ ਠੇਕੇ ਤੇ ਦੇ ਦੇਵਾਂਗੇ, ਕਦੀ ਅੰਬਾਨੀ ਨੂੰ, ਕਦੀ ਅਡਾਨੀ ਨੂੰ, ਜਿਹਨੂੰ ਪੁਰਜੇ ਚਾਹੀਦੇ ਨੇ। ਇਹਨਾਂ ਹੁਣ ਦੇਖੋ ਉਹਨੂੰ ਕੰਮ ਵਾਲੇ ਚਾਹੀਦੇ ਨੇ ਆਪਣੀ ਫੈਕਟਰੀ ਦੇ ਅੰਦਰ, ਥੋੜੀ ਜਿਹੀ ਅੰਗਰੇਜ਼ੀ ਬੋਲਦੇ ਵੀ ਚਾਹੀਦੇ ਨੇ, ਥੋੜੇ ਜਿਹੇ ਮੈਨੇਜ ਕਰਨ ਵਾਲੇ ਵੀ ਚਾਹੀਦੇ ਨੇ, ਉਹ ਇਹਨਾਂ ਯੂਨੀਵਰਸਿਟੀਆਂ ਤੋਂ ਹੀ ਤਿਆਰ ਹੋਣੇ ਨੇ। ਤੁਸੀਂ ਕੰਨੂ ਜੀ ਹਾਈਲਾਈਟ ਕੀਤਾ ਡਬਲ ਕਾਮਰਸ ਦੇ ਵਿੱਚ ਚੋਇਸ ਦੀ ਗੱਲ ਕੀਤੀ ਆ, ਤੁਸੀਂ ਫੀਮੇਲ ਹੋ, ਹਾਂਜੀ। ਚੋਇਸ ਜਿਹੜੀ ਰਾਜਨੀਤੀ ਆ ਉਹ ਚੋਇਸ ਕਿਉਂ ਨਹੀਂ ਰਹੀ? ਰਾਜਨੀਤੀ ਮਾੜੀ ਚੀਜ਼ ਨਹੀਂ, ਲੋਕ ਆ ਕੇ ਰਾਜਨੀਤੀ ਨੂੰ ਗੰਦਾ ਕਰ ਦਿੰਦੇ ਨੇ। ਸਾਡੀ ਚੋਇਸ ਸਿਰਫ ਡਾਕਟਰੀ, ਇੰਜੀਨੀਅਰ ਬਣਨਾ, ਪ੍ਰੋਫੈਸਰ ਬਣਨਾ, ETT ਕਰਨਾ, B.Ed ਕਰਕੇ ਟੀਚਰ ਲੱਗਣਾ, ਮੈਂ ਸਰਕਾਰੀ ਜੌਬ ਦਾ ਸੁਪਨਾ ਦੇਖਣਾ, ਜਾਂ ਹੁਣ ਪ੍ਰਭਾਸ ਵਾਲੀ ਚਲੋ ਗੱਲ ਅਲੱਗ ਰਹਿ ਜਾਂਦੀ ਆ। ਜਿਹੜੀ ਰਾਜਨੀਤੀ ਆ ਉਹ ਵਿਦਿਆਰਥੀਆਂ ਦੀ ਚੋਇਸ ਕਿਉਂ ਨਹੀਂ ਰਹੀ? ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਕਿਉਂ ਆ, ਬਾਕੀ ਖਤਮ ਕਰ ਦਿੱਤਾ ਗਿਆ? ਜਦੋਂ ਚੋਇਸ ਦਾ ਮਸਲਾ ਆਉਂਦਾ ਹੈ ਤਾਂ ਉਹ ਇੰਡੀਵਿਜੂਅਲ ਦਾ ਮਸਲਾ ਨਹੀਂ ਰਹਿ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਸਿਰਫ ਮੇਰੀ ਮਰਜ਼ੀ ਹੋਊਗੀ ਕਿ ਮੈਂ ਪੋਲਿਟਿਕਸ ਕਰਨੀ ਆ ਕਿ ਨਹੀਂ ਕਰਨੀ। ਮੇਰੇ ਆਸੇ-ਪਾਸੇ ਇੱਕ ਮਾਹੌਲ ਆ ਜਿਹੜਾ ਉਸ ਚੋਇਸ ਨੂੰ ਬਿਲਡ ਕਰਦਾ ਆ। ਜੇ ਮੇਰੀ ਯੂਨੀਵਰਸਿਟੀ ਵਿੱਚ ਐਡਮਿਸ਼ਨ, ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋਣ ਨਾਲੋਂ GNDU 'ਚ ਹੋ ਗਈ ਹੁੰਦੀ ਤਾਂ ਮੈਂ ਉਹੀ 5 ਸਾਲ ਉੱਥੇ ਕੱਢ ਜਾਂਦੀ ਤੇ ਮੈਂ ਸ਼ਾਇਦ ਕਦੀ ਪੋਲਿਟਿਕਸ ਆਉਂਦੀ ਨਾ। ਸ਼ਾਇਦ ਨਹੀਂ, ਮੈਨੂੰ ਇਹੀ ਕਹਿਣਾ ਚਾਹੀਦਾ ਕਿ ਮੈਂ ਨਹੀਂ ਆਉਂਦੀ ਪੋਲਿਟਿਕਸ। ਮੈਂ ਪੰਜਾਬ ਯੂਨੀਵਰਸਿਟੀ ਆਈ, ਇੱਥੇ ਮੈਨੂੰ ਉਹ ਮਾਹੌਲ ਮਿਲਿਆ, ਮੈਨੂੰ ਉਹ ਜਿਹੀਆਂ ਜਥੇਬੰਦੀਆਂ ਮਿਲੀਆਂ, ਮੈਨੂੰ ਦਿਖਿਆ ਸੰਘਰਸ਼ਾਂ ਦਾ ਪੋਲਿਟਿਕਸ ਜਿਹੜਾ SFS ਉੱਥੇ ਕਰਦਾ ਸੀ, ਜਾਂ ਜਿਸ ਤਰੀਕੇ ਨਾਲ ਉੱਥੇ ਮਾਹੌਲ ਦੇ ਵਿੱਚ ਤੁਹਾਨੂੰ ਦਿਖਦਾ ਹੈ ਆਸੇ-ਪਾਸੇ ਹੁੰਦਾ ਚੀਜ਼ਾਂ, ਤੇ ਤੁਸੀਂ ਸਮਝਦੇ ਹੋ ਕਿ ਯੂਨੀਅਨਾਈਜੇਸ਼ਨ ਦੀ ਪਾਵਰ ਕੀ ਹੈ, ਜਾਂ ਸਟੂਡੈਂਟਸ ਇਕੱਠੇ ਹੋ ਕੇ ਕੀ ਕਰ ਸਕਦੇ ਨੇ, ਜਾਂ ਡਿਸਕਸ਼ਨ ਦੀ ਇੰਪੋਰਟੈਂਸ ਕੀ ਹੈ। ਤਾਂ ਅਗਰ ਇਹ ਮਾਹੌਲ ਨਾ ਹੁੰਦਾ ਤਾਂ ਮੇਰੀ ਚੋਇਸ ਕੀ ਹੋਣੀ ਸੀਗੀ? ਮੇਰੀ ਚੋਇਸ ਉਹੀ ਹੋਣੀ ਸੀ ਜਿਹੜੇ ਪੰਜਾਬ ਵਿੱਚ ਹੋਰ ਵਧੇਰੇ ਬੈਠੇ ਵਿਦਿਆਰਥੀਆਂ ਦੀ ਹੈਗੀ ਆ। ਤੇ ਹੁਣ ਜਦੋਂ ਗੱਲ ਆਉਂਦੀ ਆ ਕਰੀਅਰ ਨੂੰ ਲੈ ਕੇ, ਤਾਂ ਉਹ ਵੀ ਚੋਇਸ ਮੈਨੂੰ, ਮੈਂ ਜਿੰਨਾ ਮਰਜ਼ੀ ਕਹਿ ਲਾਂ, ਉਹ ਮੇਰੀ ਖੁਦ ਦੀ ਨਹੀਂ ਰਹਿ ਜਾਂਦੀ। ਮੇਰਾ ਸਮਾਜ ਕਿੱਦਾਂ ਦਾ ਹੈ, ਮੇਰਾ ਪਰਿਵਾਰ ਕਿੱਦਾਂ ਦਾ ਹੈ, ਇਹ ਬਹੁਤ ਕੁਝ ਡਿਸਾਈਡ ਕਰਦਾ ਹੈ। ਤੁਸੀਂ ਐਕਟਿਵ ਪੋਲਿਟਿਕਸ 'ਚ ਆਉਣਾ ਚਾਹੁੰਦੇ ਹੋ? ਮੈਨੂੰ ਲੱਗਦਾ ਹੈ ਕਿ ਮੈਂ ਇਲੈਕਟੋਰਲ ਪੋਲਿਟਿਕਸ ਨੂੰ, ਕਿਉਂਕਿ ਐਕਟਿਵ ਪੋਲਿਟਿਕਸ ਨਾਲ ਕੰਪੇਅਰ ਕੀਤਾ ਜਾਂਦਾ ਹੈ, ਤਾਂ ਉਸ ਵਿੱਚ ਆਉਣ ਦਾ ਮੇਰਾ ਕੋਈ ਇੰਟੈਂਸ਼ਨ ਨਹੀਂ ਹੈ। ਮਾਲਵਿੰਦਰ ਜੀ ਨਾਲ ਗੱਲ ਹੋ ਰਹੀ ਸੀ, ਤੁਹਾਡੇ ਸੀਨੀਅਰ ਨੇ, ਪੁਰਾਣੇ ਪ੍ਰਧਾਨ ਵੀ ਰਹੇ ਨੇ, ਦੋ ਟਾਈਮ ਰਹੇ ਨੇ, ਆਪਣੇ ਆਪ ਦੇ ਵਿੱਚ ਉਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਸੀ। ਉਹ ਕਹਿੰਦੇ ਵੀ ਮੈਂ ਰਾਜਨੀਤੀ ਨਹੀਂ ਛੱਡਣੀ, ਮੈਂ ਰਾਜਨੀਤੀ ਹੀ ਕਰਨੀ ਹੈ। ਕਿਉਂ ਨਾ ਅਸੀਂ ਜੋ ਕੇਜਰੀਵਾਲ ਨੇ ਕੀਤਾ ਦਿੱਲੀ ਦੇ ਵਿੱਚ, ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਸਕਦੇ? ਅਸੀਂ ਸਟੂਡੈਂਟਾਂ ਨੂੰ ਇਕੱਠਾ ਕਰ ਰਹੇ ਹਾਂ। ਪਰ ਉੱਥੇ ਗੱਲ ਇਹ ਵੀ ਨਿਕਲ ਕੇ ਸਾਹਮਣੇ, ਮੈਂ ਉਹਨਾਂ ਨੂੰ ਵੀ ਪ੍ਰਸ਼ਨ ਕੀਤਾ, ਅੱਜ ਢਿੱਲੋਂ ਸਾਹਿਬ ਨਾਲ ਵੀ ਮੀਟਿੰਗ, ਸਾਡੀ ਇੰਟਰਵਿਊ ਹੋਈ, ਉਹਨਾਂ ਨਾਲ ਵੀ ਮੈਂ ਇਹੀ ਪ੍ਰਸ਼ਨ ਕੀਤਾ ਵੀ ਜਦੋਂ ਤੁਸੀਂ ਕਾਲਜ ਦੀ ਪੋਲਿਟਿਕਸ ਕਰਦੇ ਹੋ, ਯੂਨੀਵਰਸਿਟੀ ਦੀ ਪੋਲਿਟਿਕਸ ਹੁੰਦੀ ਹੈ, ਫਿਰ ਤੁਸੀਂ ਮੇਨ ਪੋਲਿਟਿਕਸ ਦੇ ਵਿੱਚ ਜਾਂਦੇ ਹੋ, ਉਦੋਂ ਤੁਹਾਡਾ ਜਿਹੜਾ ਵਿਜ਼ਨ ਆ ਉਹ ਬਦਲ ਜਾਂਦਾ, ਉਦੋਂ ਤੁਹਾਡਾ ਵਿਜ਼ਨ MLA ਤੇ ਕੈਬਨਿਟ ਮਿਨਿਸਟਰ ਹੋ ਜਾਂਦਾ ਹੈਗਾ। ਇਹ ਚੀਜ਼ ਕਿਉਂ ਆ? ਆਹੀ ਗੱਲ ਕਿ ਯੂਨੀਵਰਸਿਟੀ ਦੇ ਅੰਦਰ ਪੋਲਿਟਿਕਸ ਦੇ ਡਾਇਨਾਮਿਕਸ ਬੜੇ ਅਲੱਗ ਨੇ, ਤੇ ਬਾਹਰ ਆਉਂਦਿਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਪੈਕਟ ਕਰਦੀਆਂ ਨੇ, ਹੈ ਨਾ, ਵੀ ਤੁਸੀਂ ਕਿੱਦਾਂ ਜਿਉਣਾ ਹੈ, ਜਿਉਣ ਦੇ ਢੰਗ ਅਪਰੋਚ ਕਰਦੀਆਂ ਪਾਰਟੀਆਂ। ਹਾਂਜੀ, ਕਰਦੀਆਂ ਰਹੀਆਂ ਨੇ, ਤੇ ਪਰ ਗੱਲ ਇਹ ਹੈਗਾ ਆ ਵੀ ਜਿਹੜਾ ਕਰਦੀਆਂ ਰਹਿਣਾ ਤੋਂ ਭਾਵ ਵੀ ਹੁਣ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਹਿੰਦੀ ਆ ਜਿੱਦੀ ਆ ਕੁੜੀ ਨਹੀਂ ਬਦਲਦੀ। ਹਾਂ, ਮੈਨੂੰ ਲੱਗਦਾ ਮੋਸਟਲੀ ਸਭ ਨੂੰ ਪਤਾ ਹੀ ਹੈ ਇਸ ਚੀਜ਼ ਬਾਰੇ। ਤੇ ਜਿਵੇਂ ਜਿਹੜੀ ਕੇਜਰੀਵਾਲ ਵਾਲੀ ਤੁਸੀਂ ਗੱਲ ਕੀਤੀ, ਹੈ ਨਾ, ਮਤਲਬ ਬਹੁਤ ਲੋਕਾਂ ਦਾ ਚਲੋ ਇਹ ਵਿਚਾਰ ਹੋਊਗਾ ਕਿ ਕੇਜਰੀਵਾਲ ਦਾ ਜਿਹੜਾ ਮੂਵਮੈਂਟ ਸੀਗਾ ਉਹ ਬਹੁਤ ਹੀ ਇੱਕ ਰੈਵੋਲੂਸ਼ਨ ਲੈ ਕੇ ਆਇਆ,
ਰੈਜ਼ੋਲੂਸ਼ਨ ਲੈ ਕੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਜ਼ਾਕ ਹੁੰਦਾ ਹੈ ਲੋਕਾਂ ਦੀਆਂ ਫੀਲਿੰਗਸ ਦਾ, ਜਦੋਂ ਜੀ। ਇੱਕ ਜੰਤਰ ਮੰਤਰ ਦਾ ਧਰਨਾ ਲੱਗਦਾ ਹੈ, ਇੰਨਾ ਵੱਡਾ ਸਮੂਹ ਉੱਥੇ ਪਹੁੰਚਦਾ ਹੈ, ਇੰਨੀਆਂ ਉਮੀਦਾਂ ਲੈ ਕੇ ਪਹੁੰਚਦਾ ਹੈ ਤੇ ਉਹਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨਿਕਲਣਾ ਹੁੰਦਾ ਆ, ਹੈ ਨਾ। ਮੈਨੂੰ ਲੱਗਦਾ ਹੈ ਇਹੋ ਜਿਹੇ ਧਰਨੇ ਤੁਹਾਡੇ ਆਸੇ-ਪਾਸੇ ਬਹੁਤ ਲੱਗ ਰਹੇ ਹੁੰਦੇ ਨੇ, ਉਹਨਾਂ ਨੂੰ ਨਿਸ਼ਾਨੀ ਨਾਲ ਮਾਰਕ ਕਰਨਾ ਚਾਹੀਦਾ ਹੈ ਵੀ ਜਿਸ ਚੋਂ ਇੱਕ ਇਨਸਾਨ ਨਿਕਲ ਰਿਹਾ ਹੋਵੇ। ਆਪਣਾ ਭਰੋਸਾ ਕਦੀ ਵੀ ਇੱਕ ਇਨਸਾਨ ਤੇ ਅਸੀਂ ਸੀਮਿਤ ਕਰਕੇ ਉਸ ਨੂੰ ਹੀਰੋ ਬਣਾ ਕੇ ਅਸੀਂ ਸਮਝਦੇ ਹਾਂ ਫਿਲਮ ਚੱਲ ਰਹੀ ਆ, ਇਹ ਫਿਲਮ ਨਹੀਂ ਚੱਲ ਰਹੀ, ਇਹ 'ਚ ਲੋਕਾਂ ਨੇ ਉੱਤੇ ਭਰੋਸਾ ਤੁਸੀਂ ਰੱਖਣਾ ਹੁੰਦਾ ਆ। ਪੋਲਿਟਿਕਸ ਵੀ ਚੋਇਸ, ਜਦੋਂ ਅਸੀਂ ਕਹਿ ਰਹੇ ਨਾ ਵੀ ਚੋਇਸ ਹੈਗੀ ਆ ਮੇਰੀ, ਪੋਲਿਟਿਕਸ ਦੇ ਫੈਸਲੇ ਵੀ ਬੜੇ ਸੌਖੇ ਨਹੀਂ ਹੁੰਦੇ। ਤੁਸੀਂ ਜ਼ਿੰਦਗੀ 'ਚ ਕਿੱਦਾਂ ਜਿਉ ਰਹੇ ਹੋ, ਉਹਦੇ ਨਾਲ ਕਿਹੋ ਜਿਹੀ ਪੋਲਿਟਿਕਸ ਕਰਨੀ ਹੈ, ਇਹ ਨਿਰਣੇ ਲੈਣਾ ਮੈਨੂੰ ਲੱਗਦਾ ਬਹੁਤ ਔਖਾ ਹੁੰਦਾ ਆ। ਤੇ ਉਹਦੇ ਵਿੱਚ ਫਿਰ ਯੂਜੂਅਲੀ ਸਾਰਿਆਂ ਤੋਂ ਉਹੀ ਪੈਟਰਨ ਬਚਿਆ ਹੁੰਦਾ ਆ ਵੀ ਹਾਂ ਅਸੀਂ ਕਰੀਅਰਿਸਟ ਪੋਲਿਟਿਕਸ 'ਚ ਆ ਜਾਈਏ ਤਾਂ ਕਿ ਉਹ ਜਿਹੜਾ ਕਰੀਅਰ ਵਾਲਾ ਇੱਕ ਬੋਝ ਜਿਹਾ ਵੀ ਹੈਗਾ ਉਹ ਵੀ ਸੈਟਲ ਹੋ ਜਾਏ, ਜਿਹੜੀ ਇਕੱਠੇ ਕਰਨ ਪੋਜੀਸ਼ਨ ਆ ਦੀ ਜਾਏ। ਤਬਾਇਤ ਉਹ ਚੱਲ ਰਹੀ ਹੈ ਵੀ ਇਕੱਠੇ ਹੋਵੋਗੇ ਕੁਛ ਨਾ ਕੁਛ, ਕਿਉਂਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾਗਾ, ਅਸਲ ਦੇ ਵਿੱਚ ਸਾਰੇ ਪੰਜਾਬ ਨੂੰ ਬਚਾਉਣਾਗਾ, ਪਰ ਆਪਾਂ ਇਸ ਨੂੰ ਇੱਕ ਸਮੂਹ ਦੇ ਵਿੱਚ ਲੈ ਕੇ ਨਹੀਂ ਚੱਲ ਰਹੇ। ਕੱਲੀ ਚੀਜ਼ ਨੂੰ ਬਚਾ ਲਓ ਉਹੀ ਬਹੁਤ ਆ, ਮੂਵਮੈਂਟ ਖੜੀ ਕਰ ਲਓ ਕੋਈ ਵੱਡੀ। ਇਸ ਦੇ ਲਈ ਕੋਸ਼ਿਸ਼ਾਂ ਕਿੱਦਾਂ ਹੋ ਰਹੀਆਂ ਹੈਗੀਆਂ? ਪੁਰਾਣੇ ਪ੍ਰਧਾਨ ਇਕੱਠੇ ਹੋ ਰਹੇ ਨੇ ਬਿਲਕੁਲ, ਜਿਹੜੇ ਤਰੀਕੇ ਨਾਲ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ 'ਚ ਸਾਰੇ ਕਾਉਂਸਲ ਦੇ ਪੁਰਾਣੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹ ਪਹੁੰਚੇ ਸੀਗੇ, ਤੇ ਉਹਦੇ ਇਲਾਵਾ ਜਿਹੜਾ ਹੈਗਾ ਹੈ ਇਹ ਸੱਦਾ ਦਿੱਤਾ ਗਿਆ ਹੈ ਅੱਗੇ ਲਈ ਕਿ ਸਾਰੇ ਐਲੂਮਨਾਈ ਸੈਕਸ਼ਨ ਤੱਕ ਰੀਚ ਆਊਟ ਕੀਤਾ ਜਾਵੇ, ਪੁਰਾਣੇ ਕਾਉਂਸਲ ਮੈਂਬਰਸ ਤੱਕ ਰੀਚ ਆਊਟ ਕੀਤਾ ਜਾਵੇ, ਕਿਉਂਕਿ ਆਰਗੇਨਾਈਜੇਸ਼ਨਸ ਦਾ ਤਾਂ ਇੱਕ ਜਿਹੜੀਆਂ ਸਿਆਸੀ ਪਾਰਟੀਆਂ ਦਾ ਤਾਂ ਇੱਕ ਮਤਲਬ ਬਣਿਆ ਹੋਇਆ ਹੈ JSAC, ਜਿਹੜਾ ਕਿ PU ਵਿੱਚ ਕੋਆਰਡੀਨੇਟ ਕਰ ਰਿਹਾ ਹੈ ਸਾਰਾ ਸਟੂਡੈਂਟਸ ਨੂੰ ਲੈ ਕੇ ਕੰਮ ਨੂੰ। ਉਹਦੇ ਨਾਲ ਬਾਕੀ ਪੰਜਾਬ ਵਿੱਚ ਵੀ ਤੇ ਹੋਰ ਇਲਾਕਿਆਂ ਵਿੱਚ ਵੀ ਜਿੱਥੇ ਵੀ PU ਦੇ ਸਟੂਡੈਂਟਸ ਹੈਗੇ ਨੇ, ਐਲੂਮਨਾਈ ਹੈਗੇ ਨੇ, ਉਹਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਕੋਈ ਸਿਗਨੇਚਰ ਕੈਂਪੇਨ ਜਾਂ ਇਸ ਤਰੀਕੇ ਨਾਲ ਉਹਨਾਂ ਦਾ ਵੀ ਇਹ ਡਾਇਸੈਂਟ ਰਜਿਸਟਰ ਕਰਾਇਆ ਜਾਵੇ, ਕਿਉਂਕਿ ਪੰਜਾਬ ਯੂਨੀਵਰਸਿਟੀ ਐਲੂਮਨਾਈ ਨੂੰ ਵੀ ਬਹੁਤ ਵੱਡਾ ਸਟੇਕ ਹੋਲਡਰ ਮੰਨਦੀ ਹੈ, ਤਾਂ ਉਹਦੇ ਵਿੱਚ ਉਹਨਾਂ ਨੂੰ ਵੀ ਇਕੱਠਾ ਕੀਤਾ ਜਾਵੇ, ਇਕਜੁੱਟ ਕੀਤਾ ਜਾਏ। ਤੇ ਨਾਲ ਦੇ ਨਾਲ ਹੀ ਮੈਨੂੰ ਲੱਗਦਾ ਵੀ ਜਿਹੜੇ ਅੱਜ ਪੰਜਾਬ ਵਿੱਚ ਧਰਨੇ ਲੱਗ ਰਹੇ ਨੇ, ਹੈ ਨਾ, ਉਹਨਾਂ ਦੇ ਵੀ ਇੰਨੇ ਸਾਰੇ ਮੰਚ ਨੇ, ਉਹਨਾਂ ਤੋਂ ਵੀ ਇਹ ਗੱਲ ਜਾਣੀ ਚਾਹੀਦੀ ਹੈ ਵੀ ਕਿੱਦਾਂ ਹੁਣ ਪੰਜਾਬ ਯੂਨੀਵਰਸਿਟੀ ਵੀ ਐਜੂਕੇਸ਼ਨ ਦਾ ਦਾਇਰਾ ਵੀ ਉਸੇ ਸੈਂਟਰਲਾਈਜੇਸ਼ਨ ਤੇ ਅੱਗੇ ਕਮਰਸ਼ੀਅਲਾਈਜੇਸ਼ਨ ਦੇ ਘੇਰੇ ਵਿੱਚ ਆਉਣ ਨੂੰ ਤਿਆਰ ਬੈਠਾ ਆ, ਤੇ ਇਸ ਨੂੰ ਅਸੀਂ ਜਿੰਨੀ ਛੇਤੀ ਰੋਕ ਲਈਏ ਉਨਾ ਸਾਡੇ ਲਈ ਵਧੀਆ ਹੋਊਗਾ। ਤੇ ਫਿਰ ਇਹਦੇ ਵਿੱਚ ਜਿੰਨੀਆਂ ਵੀ ਡੈਮੋਕ੍ਰੈਟਿਕ ਫੋਰਸਿਸ ਹੈਗੀਆਂ ਨੇ ਪੰਜਾਬ ਦੇ ਵਿੱਚ ਜਾਂ ਆਸ-ਪਾਸ ਜਿੰਨੇ ਵੀ ਇਲਾਕੇ ਹੈਗੇ ਨੇ, ਉਹ ਮੈਨੂੰ ਲੱਗਦਾ ਉਹਨਾਂ ਦਾ ਬੋਲਣਾ ਬਣਦਾ ਆ ਕਿ ਜਿੱਥੇ ਇਹ ਸਾਡੀ ਸੈਨੇਟ ਨੂੰ ਅਸੀਂ ਇੰਨੇ ਸਾਲਾਂ ਤੋਂ ਰਾਜਨੀਤਿਕ ਪਾਰਟੀਆਂ ਤੋਂ ਕੋਈ ਉਮੀਦ ਹੈਗੀ ਆ? ਰਾਜਨੀਤਿਕ ਪਾਰਟੀਆਂ ਤੋਂ ਉਮੀਦ ਤਾਂ ਬਸ ਇੰਨੀ ਹੁੰਦੀ ਹੈ, ਮੈਨੂੰ ਲੱਗਦਾ ਵੀ ਪਹਿਲਾਂ ਤਾਂ ਉਹ ਸਟੈਂਡ ਲੈ ਲੈਣ, ਇਹਨਾਂ ਚੀਜ਼ਾਂ ਨੂੰ ਲੈ ਕੇ ਕਲੀਅਰ ਹੋ ਜਾਣ, ਕਿਉਂਕਿ ਕਾਫੀ ਵਾਰ ਤਾਂ ਇਦਾਂ ਹੁੰਦਾ ਵਾ ਵੀ ਉਹ ਇਸ ਵਿੱਚ ਵੀ ਜਜਮੈਂਟ, ਜਿਵੇਂ ਇਹ ਵਾਲਾ ਵੀ ਕਮੈਂਟ ਉਹਨਾਂ ਤੋਂ ਬਹੁਤ ਆਇਆ ਕਿ ਸੈਨੇਟ ਵਿੱਚ ਬਹੁਤ ਹੀ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਕਿ ਜਿਸ ਕਰਕੇ ਇਹ ਖਤਮ ਹੋ ਜੂਗੀ ਤੇ ਸ਼ਾਇਦ ਉਹ ਕਪਲਾਬਾਜ਼ੀ ਹਟ ਜੂਗੀ, ਹੈ ਨਾ। ਜਦੋਂ ਕਿ ਇਹ ਨਹੀਂ ਸਮਝ ਪਾਏ ਵੀ ਛੋਟੀ ਮੱਛੀ ਖਾ ਰਹੀ ਹੈ ਅੱਜ, ਜ਼ਰੂਰ ਲੁੱਟ ਰਹੀ ਹੈ, ਪਰ ਇਹਦੀ ਜਗ੍ਹਾ ਤੇ ਇੱਕ ਵੱਡੀ ਮੱਛੀ ਆ ਜਾਏਗੀ ਜਿਹਨੂੰ ਅਸੀਂ ਰੋਕ ਵੀ ਨਹੀਂ ਪਾਵਾਂਗੇ, ਹੈ ਨਾ, ਥੰਮ ਵੀ ਨਹੀਂ ਪਾਏਗੀ। ਤਾਂ ਰਾਜਨੀਤਿਕ ਪਾਰਟੀਆਂ ਤੋਂ ਇਹੀ ਉਮੀਦ ਰੱਖੀ ਜਾਂਦੀ ਹੈ ਵੀ ਉਹ ਜਿਸ ਤਰੀਕੇ ਨਾਲ ਕਿਸਾਨ ਆਰਡੀਨੈਂਸਾਂ ਦੇ ਖਿਲਾਫ ਵੀ, ਇੱਕ ਬਿੱਲਾਂ ਦੇ ਖਿਲਾਫ ਵੀ ਨਾਲ ਜੁਟ ਕੇ ਖੜੇ ਹੋਏ, ਧਰਨੇ ਲਗਾਏ ਨੇ, ਉੱਦਾਂ ਹੀ ਇਸ ਮਸਲੇ ਨੂੰ ਵੀ ਲੈ ਕੇ ਬੋਲਣ, ਕਿਉਂਕਿ ਮੈਨੂੰ ਲੱਗਦਾ ਹੈ ਉਹਨਾਂ 'ਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਹੀ ਪੜ੍ਹ ਕੇ ਗਏ ਨੇ। ਤਾਂ ਜਿੰਨੀਆਂ ਵੀ ਫੋਰਸਿਸ ਮਤਲਬ ਪੰਜਾਬ ਦੇ ਰਾਈਟਸ ਲਈ ਕੁਝ ਆਪਣੇ ਆਪ ਨੂੰ ਐਕਟਿਵ ਸਮਝਦੀਆਂ ਨੇ, ਮੈਨੂੰ ਲੱਗਦਾ ਉਹਨਾਂ ਨੂੰ ਅੱਜ ਅੱਗੇ ਆਉਣ ਦੀ ਜ਼ਰੂਰਤ ਹੈ। ਤੇ ਪੋਲਿਟਿਕਸ ਵੀ ਤਾਂ ਰਾਈਟਸ ਲਈ ਕਰਦੇ ਆ, ਤਾਂ ਫਿਰ ਤੁਹਾਡੀ ਪੋਲਿਟਿਕਸ ਜੇ ਅੱਜ ਸਟੈਂਡ ਨਹੀਂ ਲੈ ਰਹੀ ਤਾਂ ਫਿਰ ਇੱਕ ਵੱਡੀ ਕਮੀ ਹੈ ਉਸ ਪੋਲਿਟਿਕਸ ਦੇ ਅੰਦਰ। ਜੀ ਕਨੂ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਅੱਗੇ ਵੀ ਅਸੀਂ ਇਸ ਖਬਰ ਦੇ ਨਾਲ ਬਣੇ ਰਹਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਜੋ ਇਹ ਮੁਹਿੰਮ ਚੱਲੀ ਹੈ ਇਸ ਨੂੰ ਕਿਸੇ ਨਤੀਜੇ ਤੱਕ ਜ਼ਰੂਰ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਵੋਗੇ। ਧੰਨਵਾਦ ਜੀ। ਥੈਂਕ ਯੂ ਜੀ। ਸੋ ਦੋਸਤੋ, ਇਹ ਸੀ ਕਨੂਪ੍ਰਿਆ ਜੀ। ਅੱਗੇ ਵੀ ਅਸੀਂ ਇਸ ਯੂਨੀਵਰਸਿਟੀ ਦਾ ਜੋ ਮਸਲਾ ਹੈਗਾ, ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਸਟੂਡੈਂਟਾਂ ਨੂੰ ਹਮੇਸ਼ਾ ਜਿਹੜੀ ਐਕਟਿਵ ਪੋਲਿਟਿਕਸ ਆ ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ। ਸਟੂਡੈਂਟਾਂ ਨੂੰ ਨਹੀਂ, ਮੈਂ ਕਹੂੰਗਾ ਸਾਰੇ ਨੌਜਵਾਨਾਂ ਨੂੰ, ਕਿਉਂਕਿ ਫਿਰ ਹੀ ਅਸੀਂ ਆਪਦੀ ਦੇਸ਼ ਦੁਨੀਆ ਦੇ ਨਾਲ ਜੁੜੇ ਰਹਾਂਗੇ, ਸਾਨੂੰ ਪਤਾ ਲੱਗੂ ਸਾਡੇ ਆਲੇ ਦੁਆਲੇ ਕੀ ਚੱਲ ਰਿਹਾ। ਅੱਗੇ ਵੀ ਅਸੀਂ ਇਸ ਮਾਮਲੇ ਦੇ ਨਾਲ ਬਣੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।